ਵੈਲਕਮ एवरीवन टू द ऑनलाइन प्लेटफॉर्म ऑफ मैक्स ओवरसीज राजे ਆਪਾਂ ਜਿਹੜੀਆਂ ਹੈਗੀਆਂ ਰੀਡਿੰਗ ਦੀਆਂ ਡਿਸਕਸ਼ਨਸ ਕਰਨ ਦੇ ਸੀ ਸੋ ਫਾਰ ਵੀ ਹੈਵ ਡਿਸਕਸਡ ਅਬਾਊਟ ਕੈਂਬਰਿਜ 17 ਰੀਡਿੰਗ ਆਪਣਾ ਫਸਟ ਪੈਰਾਗ੍ਰਾਫ ਵੀ ਡਨ ਹੋ ਗਿਆ ਮਤਲਬ ਫਸਟ ਪਾਰਟ ਵੀ ਡਨ ਹੋ ਗਿਆ ਅੱਜ ਆਪਾਂ ਸੈਕੰਡ ਰੀਡਿੰਗ ਦੀ ਗੱਲ ਕਰ ਰਹੇ ਹਾਂ ਸੈਕੰਡ ਰੀਡਿੰਗ ਦਾ ਥਰਡ ਪੈਰਾਗ੍ਰਾਫ ਤੇ ਅੱਜ ਦਾ ਆਪਣਾ ਪੈਰਾਗ੍ਰਾਫ ਹੈਗਾ ਇਨਸਾਈਟ ਔਰ ਐਵੋਲੂਸ਼ਨ ਕਿ ਆਪਣਾ ਬੇਸਿਕਲੀ ਇਹ ਪੈਰਾਗ੍ਰਾਫ ਜਿਹੜਾ ਹੈਗਾ ਇਟ ਇਜ਼ ਰਿਗਾਰਡਿੰਗ ਦ ਰਿਸਰਚ ठीक है अकैड की रीडिंग हैगी है तो अकैड वाले बच्चों को रिसर्च पेपर या रिसर्च नाल रैलेवेंट पैराग्राफ्स अक्सर आ जाते हैं तो बेसिकली ये जो पैराग्राफ हैगा ये अपना ये डिस्क्राइब कर रहा है कि जी साइंटिफिक डिस्कवरी होंगी है वट इज़ द फैक्टर बिहाइंड दैट वट इज़ द मेन रीजन कि जी डिस्कवरी है क्यों होंगी है इनसाइट का मतलब की हैगा कि कोई परसन हैगा ਜਿਹੜਾ ਉਸ ਡਿਸਕਵਰੀ ਦੇ ਲਈ ਕੰਮ ਕਰ ਰਿਹਾ ਹੈਗਾ ਤੇ ਉਹ ਪਰਸਨ ਦੀ ਕੁਝ ਖਾਸੀਅਤ ਹੈਗੀ ਆ ਜਿਹਦੀ ਵਜ੍ਹਾ ਕਰਕੇ ਉਹ ਡਿਸਕਵਰੀ ਹੋ ਰਹੀ ਹੈ ਤੇ ਐਵੋਲੂਸ਼ਨ ਕੀ ਹੋ ਗਿਆ ਕਿ ਅਸੀਂ ਜਿਹੜੀ ਹੈਗੀ ਆ ਹਿਊਮਨਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਐਵੋਲੂਸ਼ਨ ਹੋ ਰਹੀ ਆ ਵਿਦ ਦਾ ਟਾਈਮ ਤੇ ਉਹ ਚੀਜ਼ ਜਿਹੜੀ ਹੈਗੀ ਆ ਉਹ ਚੀਜ਼ ਆਪਣੇ ਕੋਲੇ ਸਾਇੰਟਿਫਿਕ ਰਿਸਰਚ ਦੇ ਵਿੱਚ ਵੀ ਹੋ ਰਹੀ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਹਨਾਂ ਦੇ ਵਿੱਚ ਆਪਣੇ ਕੋਲੇ ਕੁਐਸਚਨ ਟਾਈਪਸ ਕਿੱਦਾਂ ਦੀਆਂ ਆਈਆਂ ਨੇ ਠੀਕ ਹੈ ਸੋ ਤੁਸੀਂ ਜਿਹੜਾ ਹੈਗਾ ਦੇਖੋ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਆਏ ਹੈਗੇ ਆ ਕੁਐਸਚਨ ਟਾਈਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਏ ਹੈਗੇ ਆ ਤੁਹਾਡੇ ਕੋਲੇ MCQs ਹਨਾ ਸੋ ਆਪਣੇ ਕੋਲੇ ਸਾਨੂੰ ਪਤਾ ਲੱਗ ਗਿਆ ਕਿ ਇੱਕ ਕੁਐਸਚਨ ਟਾਈਪ ਤੇ ਸਾਡੇ ਕੋਲ ਕੀ ਆਈ ਹੈਗੀ ਆ MCQs ਆਏ ਆ ਠੀਕ ਹੈ ਫਸਟ MCQ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਕੁਐਸਚਨ ਸਾਰੇ ਟਾਈਪਸ ਦਾ ਰੀਡ ਕਰਨਾ ਹੁੰਦਾ ਤਾਂ ਕਿ ਆਪਾਂ ਨੂੰ ਜਰਨਲੀ ਆਈਡੀਆ ਹੋ ਜਾਵੇ ਕਿ ਸਾਨੂੰ ਪੈਰਾਗ੍ਰਾਫ ਦੇ ਵਿੱਚ ਸਵਿਚ ਕਰਨਾ ਸੌਖਾ ਹੋ ਸਕੇ ਇੱਕ ਪਾਰਟ ਤੋਂ ਦੂਸਰੇ ਪਾਰਟ ਦੇ ਵਿੱਚ ਸੋ ਆਪਣੇ ਕੋਲੇ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਕੁਐਸਚਨਸ ਹੈਗੇ ਆ ਉਹ ਕੀ ਕਹਿੰਦੇ ਦ ਪਰਪਸ ਆਫ ਦ ਫਸਟ ਪੈਰਾਗ੍ਰਾਫ ਤਾਂ ਮੈਨੂੰ ਇੱਥੋਂ ਪਤਾ ਲੱਗ ਗਿਆ ਕਿ ਫਸਟ ਪੈਰਾਗ੍ਰਾਫ ਦੇ ਵਿੱਚ ਮੈਨੂੰ ਇਹਦਾ ਆਨਸਰ ਮਿਲੂਗਾ ਕਿ ਫਸਟ ਪੈਰਾਗ੍ਰਾਫ ਨੂੰ ਲਿਖਣ ਦਾ ਰਾਈਟਰ ਦਾ ਪਰਪਸ ਕੀ ਹੈ ਪਹਿਲਾਂ ਆਪਾਂ ਫਸਟ ਪੈਰਾਗ੍ਰਾਫ ਪੜਾਂਗੇ ਫਿਰ ਆਪਾਂ ਇਹਦੀਆਂ ਆਪਸ਼ਨਸ ਨੂੰ ਪੜਾਂਗੇ ਠੀਕ ਹੈ ਛੱਡਤਾ ਇਹਨੂੰ ਉਸ ਤੋਂ ਬਾਅਦ ਆਪਣੇ ਕੋਲੇ ਸੈਕੰਡ ਟਾਈਪ ਦੇ ਕੁਐਸਚਨ ਕੀ ਆ ਗਏ 37 to 40 ਹੁਣ ਤੁਹਾਡੇ ਕੋਲ ਆਈਆਂ ਨੇ ਫਿਲ ਇਨ ਦਾ ਬਲੈਂਕਸ ਤੇ ਫਿਲ ਇਨ ਦਾ ਬਲੈਂਕਸ ਵੀ ਉਹ ਵਾਲੀਆਂ ਜਿਹਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ ਹੈਗਾ ਮਤਲਬ ਸਿਨੋਨਿਮਸ ਜਿਹੜੇ ਹੈਗੇ ਆ ਉਹ ਫਿਲ ਕਰਨੇ ਹੁੰਦੇ ਆ ਤਾਂ ਉਹ ਆਪਣੇ ਕੋਲੇ ਕੀ ਕਹਿੰਦੇ ਦ ਟ੍ਰੈਡੀਸ਼ਨਲ ਵਿਊ ट्रेडिशनल वर्ड ਨੂੰ ਅਸੀਂ ਅਕਸਰ ਕੀ ਪੜ੍ਹਦੇ ਹੁੰਨੇ ਆ ਕਨਵੈਨਸ਼ਨਲ ਹਨਾ ਇੱਥੇ ਜੇ ਟ੍ਰੈਡੀਸ਼ਨਲ ਰੱਖਿਆ ਤਾਂ ਫਿਰ ਜਿਹੜਾ ਹੈਗਾ ਐਂਡ ਦੇ ਵਿੱਚ ਉਹ ਕਨਵੈਨਸ਼ਨਲ ਵਰਡ ਯੂਜ਼ ਕਰਨਗੇ ਉਹ ਕੀ ਕਹਿੰਦੇ ਦ ਟ੍ਰੈਡੀਸ਼ਨਲ ਵਿਊ ਆਫ ਸਾਇੰਟਿਫਿਕ ਡਿਸਕਵਰੀ ਇਜ਼ ਦੈਟ ਬ੍ਰੇਕ ਥਰੂ ਹੈਪਨ ਵੈਨ ਅ ਸਿੰਗਲ ਗ੍ਰੇਟ ਮਾਈਂਡ ਉਹ ਕਹਿੰਦੇ ਕਨਵੈਨਸ਼ਨਲ ਵਿਊ ਇਹ ਹੈਗਾ ਕਿ ਜਦੋਂ ਕੋਈ ਇੰਟੈਲੀਜੈਂਟ ਬੰਦਾ ਅ ਸਿੰਗਲ ਗ੍ਰੇਟ ਮਾਈਂਡ ਹੈਜ਼ ਅ ਸਡਨ ਡੈਸ਼ ਉਹਨੂੰ ਕੋਈ ਚੀਜ਼ ਆਉਂਦੀ ਆ ਸਡਨ ਤੋਂ ਜਿੱਦਾਂ ਮੈਂ ਕਹਾਂ ਆਈਡੀਆ ਆਉਂਦਾ ਹੈਗਾ ਤਾਂ ਕਨਵੈਨਸ਼ਨਲ ਆਈਡੀਆ ਆਪਣਾ ਇਹੀ ਕਹਿ ਰਿਹਾ ਆ ਕਿ ਇੱਕ ਸਡਨ ਬ੍ਰੇਕ ਥਰੂ ਹੁੰਦੀ ਆ ਜਦੋਂ ਕਿਸੇ ਬੰਦੇ ਨੂੰ ਕੋਈ ਚੀਜ਼ ਹੁੰਦੀ ਆ ਨਾ ਹੈਜ਼ ਅ ਸਡਨ ਡੈਸ਼ ਤਾਂ ਆਪਾਂ ਨੂੰ ਦੱਸਣਾ ਪਊਗਾ ਕੀ ਠੀਕ ਹੈ ਹੁਣ ਆਪਾਂ ਜਿਹੜੇ ਹੈਗੇ ਆ ਇਹਦੇ ਨਾਲ ਤੁਹਾਡੇ 40 ਦੇ 40 ਕੁਐਸਚਨਸ ਡਨ ਹੋ ਗਏ ਤਾਂ ਮਤਲਬ ਕਿ ਆਪਣੇ ਕੋਲੇ ਦੋ ਤਰ੍ਹਾਂ ਦੇ ਕੁਐਸਚਨਸ ਆਏ ਆ MCQs ਆਏ ਆ ਤੇ ਆਪਣੇ ਕੋਲੇ ਕੀ ਹੈਗੇ ਆ ਤੁਹਾਡੀਆਂ ਫਿਲ ਇਨ ਦਾ ਬਲੈਂਕਸ ਆਈਆਂ ਫਿਲ ਇਨ ਦਾ ਬਲੈਂਕਸ ਦੇ ਵਿੱਚ ਦੇਖੋ ਆਪਾਂ ਕੀਵਰਡ ਕਿਹੜੇ ਕਿਹੜੇ ਹੋ ਗਏ ਟ੍ਰੈਡੀਸ਼ਨਲ ਵਿਊ ਹੋ ਗਿਆ ਠੀਕ ਹੈ ਵੈਨ ਅ ਸਿੰਗਲ ਗ੍ਰੇਟ ਮਾਈਂਡ ਇੱਕ ਸਿੰਗਲ ਗ੍ਰੇਟ ਮਾਈਂਡ ਦੀ ਗੱਲ ਹੋਊਗੀ ਇੱਕ ਸਿੰਗਲ ਇੰਡੀਵਿਜੂਅਲ ਦੀ ਗੱਲ ਹੋਊਗੀ ਜਿਹੜਾ ਕੋਈ ਚੀਜ਼ ਕਰ ਰਿਹਾ ਹੋਊਗਾ ਠੀਕ ਹੈ ਤਾਂ ਹੁਣ ਆਪਾਂ ਆਨੇ ਹੈਗੇ ਆਪਣੇ ਪੈਰਾਗ੍ਰਾਫ ਤੇ ਤਾਂ ਆਪਣਾ ਪੈਰਾਗ੍ਰਾਫ ਕੀ ਕਹਿੰਦਾ ਹੈਗਾ ਟੂ ਸਾਇੰਟਿਸਟ ਕੰਸੀਡਰ ਦ origin ਆਫ ਡਿਸਕਵਰੀਜ਼ ਐਂਡ ਅਦਰ ਇਨੋਵੇਟਿਵ ਬਿਹੇਵੀਅਰ ਉਹ ਕਹਿੰਦੇ ਦੋ ਸਾਇੰਟਿਸਟ ਸੀਗੇ ਉਹਨਾਂ ਨੇ ਕੰਸੀਡਰ ਕੀਤਾ ਕਿ origin ਕੀ ਹੋ ਗਿਆ ਕਿੱਥੋਂ ਆ ਰਹੀਆਂ ਨੇ ਹਨਾ origins ਕਾਹਦੇ ਡਿਸਕਵਰ ਕੀਤੇ ਆ ਇਨੋਵੇਟਿਵ ਬਿਹੇਵੀਅਰ ਦੇ ਇਨੋਵੇਟਿਵ ਬਿਹੇਵੀਅਰ ਉਹ ਕਹਿੰਦੇ ਸਾਇੰਟਿਫਿਕ ਡਿਸਕਵਰੀ ਇਜ਼ ਪੋਪੂਲਰਲੀ ਬਿਲੀਵਡ ਪੋਪੂਲਰਲੀ ਕੀ ਅਕਸਰ ਮੰਨੀ ਜਾਂਦੀ ਹੈ ਕੀ ਮੰਨੀ ਜਾਂਦੀ ਹੈ ਇਜ਼ ਅ ਰਿਜ਼ਲਟ ਫਰੋਮ sheer genius ਕੀ ਹੋ ਗਿਆ ਇੱਕ ਕੋਈ genius ਇਨਸਾਨ of such an intellectual stars as naturalist ਤਾਂ ਐਗਜ਼ਾਮਪਲਾਂ ਦਿੱਤੀਆਂ ਕਿੱਦਾਂ ਦੇ sheer genius ਦੀ ਗੱਲ ਕਰ ਰਹੇ ਹਾਂ ਕਿੱਦਾਂ ਦੇ ਇੰਟੈਲੀਜੈਂਟ ਬੰਦੇ ਦੀ ਗੱਲ ਕਰ ਰਹੇ ਹਾਂ ਜਿੱਦਾਂ ਚਾਰਲਸ ਡਾਰਵਿਨ ਹੋ ਗਿਆ ਜਾਂ ਥਿਓਰੈਟੀਕਲ ਫਿਜ਼ਿਸਿਸਟ ਐਲਬਰਟ ਆਇਨਸਟਾਈਨ ਹੋ ਗਿਆ ਤਾਂ ਆਪਾਂ ਕੀ ਕਰ ਰਹੇ ਹਾਂ ਆਪਾਂ ਕੀ ਕਿਹਾ ਆ ਆਪਾਂ ਕਿਹਾ ਕਿ ਜਿਹੜੀ ਡਿਸਕਵਰੀ ਹੈਗੀ ਆ ਉਹ ਕਿੱਥੋਂ ਆ ਰਹੀ ਆ ਉਹ ਇੱਕ ਇੰਟੈਲੀਜੈਂਟ ਪਰਸਨ ਤੋਂ ਆ ਰਹੀ ਹੈ ਜਿੱਦਾਂ ਕਿ ਡਾਰਵਿਨ ਦੀ ਗੱਲ ਹੋਗੀ
our view of such unique contribution of science is often disregard person's prior experience. Disregard, ਰਿਗਾਰਡ ਕਰਨਾ, ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ, ਉਸ ਚੀਜ਼ ਨੂੰ ਹਾਈਲਾਈਟ ਕਰਨਾ। ਪਰ ਹੁਣ ਕੀ ਕਹਿ ਰਹੇ ਆ ਕਿ ਸਾਡੀ ਜਿਹੜੀ ਪੋਪੂਲਰ ਅਜ਼ੰਪਸ਼ਨ ਹੈ, ਸਾਡੀ ਅਜ਼ੰਪਸ਼ਨ ਕੀ ਹੈਗੀ ਆ ਕਿ ਡਿਸਕਵਰੀ ਕਿੱਥੋਂ ਹੋ ਰਹੀ ਹੈਗੀ, ਰਿਜ਼ਲਟ ਫਰੋਮ ਕਿਸੇ ਇੱਕ ਜੀਨੀਅਸ ਦੀ ਸੋਚ ਤੋਂ ਹੋ ਰਹੀ ਹੈ, ਤੇ ਅਸੀਂ ਕਿਹੜੀਆਂ ਚੀਜ਼ਾਂ ਨੂੰ ਡਿਸਰਿਗਾਰਡ ਕਰ ਦਿੰਦੇ ਹਾਂ, ਮਤਲਬ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰਸਨਸ ਪ੍ਰਾਇਰ ਐਕਸਪੀਰੀਅੰਸ, ਉਹ ਬੰਦੇ ਦੇ ਐਕਸਪੀਰੀਅੰਸ ਕਿ ਮੰਨ ਲਓ ਹੈ ਨਾ ਐਲਬਰਟ ਆਇਨਸਟਾਈਨ ਨੇ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਤੇ ਪੇਪਰ ਪਬਲਿਸ਼ ਕੀਤਾ 1905 ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਉਹ ਬੰਦੇ ਨੇ ਕਿੰਨਾ ਉਸ ਦਿਮਾਗ ਚੀਜ਼ ਤੇ ਮੱਥਾ ਖਪਾਈ ਕੀਤੀ, ਆਪਾਂ ਉਹਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਠੀਕ ਹੈ, ਡਿਸਰਿਗਾਰਡ ਪਰਸਨਸ ਪ੍ਰਾਇਰ ਐਕਸਪੀਰੀਅੰਸ ਐਂਡ ਦਾ ਐਫਰਟਸ ਆਫ ਦ ਲੈਸਰ ਨੋਨ ਪ੍ਰੀਡੈਸੈਸਰਸ। ਪ੍ਰੀਡੈਸੈਸਰਸ ਕਿਹੜੇ, ਉਹਦੇ ਤੋਂ ਪਹਿਲਾਂ ਲੋਕ ਆਏ ਹੈਗੇ ਆ, ਉਹਨਾਂ ਨੇ ਕੀ ਰਿਸਰਚ ਕੀਤੀ, ਮਤਲਬ ਅਲਬਰਟ ਆਇਨਸਟਾਈਨ ਦੀ ਥਿਊਰੀ ਤੋਂ ਪਹਿਲਾਂ ਕੋਈ ਬੰਦਾ ਉਸ ਫੀਲਡ ਦੇ ਵਿੱਚ, ਸਪੈਸ਼ਲ ਥਿਊਰੀ ਦੇ ਫੀਲਡ ਦੇ ਵਿੱਚ ਕੰਮ ਕਰ ਰਿਹਾ ਸੀ, ਅਗਰ ਕਰ ਰਿਹਾ ਸੀ ਤਾਂ ਉਹਨੇ ਕੀ ਦਿੱਤਾ, ਉਹਦੇ ਤੋਂ ਕੀ ਆਈਡੀਆਜ਼ ਆਇਨਸਟਾਈਨ ਨੂੰ ਆਏ ਜਾਂ ਕੀ ਹੈਲਪ ਹੋਈ, ਆਪਾਂ ਉਹਨਾਂ ਚੀਜ਼ਾਂ ਨੂੰ ਕੀ ਹੈ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਆਪਾਂ ਸਿਰਫ ਕੀ ਦੇਖਦੇ ਹਾਂ ਕਿ ਹਾਂਜੀ ਆਹ ਬੰਦੇ ਨੇ ਡਿਸਕਵਰੀ ਕੀਤੀ ਹੈ, ਹੀ ਇਜ਼ ਅ ਜੀਨੀਅਸ। ਠੀਕ ਹੈ, ਉਹ ਕਹਿੰਦੇ ਕਨਵੈਨਸ਼ਨਲ ਵਿਜ਼ਡਮ ਆਲਸੋ ਪਲੇਸਿਸ ਅ ਗ੍ਰੇਟ ਵੇਟ ਔਨ ਦਾ ਇਨਸਾਈਟ ਇਨ ਪ੍ਰਮੋਟਿੰਗ ਬ੍ਰੇਕ ਥਰੂ ਇਨ ਸਾਇੰਟਿਫਿਕ ਅਚੀਵਮੈਂਟ। ਉਹ ਕਹਿੰਦੇ ਜਿਹੜੀ ਕਨਵੈਨਸ਼ਨਲ ਵਿਜ਼ਡਮ ਹੈਗੀ ਆ, ਕਨਵੈਨਸ਼ਨਲ ਕੀ ਹੋ ਗਈ, ਟ੍ਰੈਡੀਸ਼ਨਲ ਵਿਜ਼ਡਮ, ਜਿਹੜਾ ਆਪਣੀ ਫੈਮਿਲੀ ਤੋਂ ਆਪਾਂ ਨੂੰ ਜਿਹੜਾ ਹੈਗਾ ਆਪਾਂ ਕਹਿ ਸਕਦੇ ਹੈਗੇ ਆ ਵਿਜ਼ਡਮ ਮਿਲ ਰਹੀ ਹੈਗੀ ਆ, ਉਹ ਕੀ ਕਰ ਰਹੀ ਆ, ਉਹ ਹੈਲਪ ਕਰਦੀ ਹੈ। ਪਲੇਸਿਸ ਅ ਗ੍ਰੇਟ ਵੇ ਔਨ ਇਨਸਾਈਟ in promoting breakthrough scientific achievement as if ideas spontaneously ਕੀ ਹੋ ਗਿਆ, ਅਚਾਨਕ ਤੋਂ। ਉਹ ਕਹਿੰਦੇ ਕਿ ਜਿਵੇਂ ਆਈਡੀਆ ਅਚਾਨਕ ਤੋਂ pop into someone's head fully formed and functional। ਤੁਸੀਂ ਯਾਦ ਕਰੋ ਆਪਾਂ ਪਹਿਲੀ fill in the blank ਦੇ ਵਿੱਚ ਕੀ ਕਿਹਾ ਸੀ, ਪਹਿਲੀ fill in the blank ਤੁਹਾਡੀ ਕਹਿ ਰਹੀ ਸੀਗੀ ਟ੍ਰੈਡੀਸ਼ਨਲ ਵਿਊ, ਕਨਵੈਨਸ਼ਨਲ ਵਿਊ ਦੀ ਗੱਲ ਕਰ ਰਹੇ ਹਾਂ। ਕਨਵੈਨਸ਼ਨਲ ਵਿਊ ਦੇ ਵਿੱਚ ਆਪਾਂ ਕੀ ਕੀਤਾ, ਆਪਾਂ ਸਾਰੀਆਂ ਚੀਜ਼ਾਂ ਨਜ਼ਰ ਅੰਦਾਜ਼ ਕਰਦੀਆਂ, ਕਿਹੜੀਆਂ ਆਪਾਂ ਉਹ ਬੰਦੇ ਦਾ ਪਿਛਲਾ ਹਾਰਡ ਵਰਕ ਨਜ਼ਰ ਅੰਦਾਜ਼ ਕਰਤਾ, ਆਪਾਂ ਉਹ ਬੰਦੇ ਤੋਂ ਪਹਿਲਾਂ ਉਹ ਇਨਸਾਨ ਜਿਹੜੇ ਉਸ ਫੀਲਡ 'ਚ ਕੰਮ ਕਰ ਰਹੇ ਸੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰਤਾ, ਆਪਾਂ ਉਸ ਬੰਦੇ ਦੇ ਜਿਹੜੇ ਹੈਗੇ ਆ ਆਸ-ਪਾਸ ਦੀ ਸਿਆਣਪ ਸੀ, ਮਤਲਬ ਮੰਨ ਲਓ ਯੂ ਆਰ ਵਰਕਿੰਗ ਇਨ ਕਾਲਟੈਕ ਔਰ ਯੂ ਆਰ ਵਰਕਿੰਗ ਇਨ ਹਾਰਵਰਡ, ਹੈ ਨਾ, ਤੁਹਾਡੇ ਆਸ-ਪਾਸ ਜਿਹੜਾ ਮਾਹੌਲ ਹੈਗਾ, ਜਿਹੜੀ ਇੰਟੈਂਸਿਟੀ ਦੇ ਲੋਕ ਹੈਗੇ ਆ, ਜਿਹੜੇ ਤੁਹਾਨੂੰ ਸੁਜੈਸ਼ਨਸ ਦੇ ਸਕਦੇ ਆ, ਉਸ ਚੀਜ਼ ਨੂੰ ਵੀ ਆਪਾਂ ਨਜ਼ਰ ਅੰਦਾਜ਼ ਕਰਦਾ। ਆਪਾਂ ਸਿੰਪਲ ਕੀ ਕਿਹਾ ਕਿ ਜਿਹੜਾ ਹੈਗਾ ਰਿਸਰਚ, ਸਾਇੰਟਿਫਿਕ ਇਨੋਵੇਸ਼ਨ ਜਾਂ ਡਿਸਕਵਰੀ ਕਦੋਂ ਹੁੰਦੀ ਆ, ਜਦੋਂ ਕਿਸੇ ਮਹਾਨ ਇਨਸਾਨ ਨੂੰ ਵਧੀਆ ਸਪੌਂਟੇਨੀਅਸ ਗ੍ਰੇਟ ਆਈਡੀਆ ਆਉਂਦਾ, ਮਤਲਬ ਅਚਾਨਕ ਤੋਂ ਉਹਨੂੰ ਕੀ ਆ ਜਾਂਦਾ, ਇੱਕ ਜਿਹੜਾ ਹੈਗਾ ਆ ਦੇਖੋ ਇਹਨਾਂ ਨੇ ਕੀਵਰਡ ਯੂਜ਼ ਕੀਤਾ ਹੈਗਾ ਕਿ ਉਸ ਪਰਸਨ ਨੂੰ ਕੀ ਆਉਂਦਾ ਹੈਗਾ, if ideas spontaneously pop into someone's head, ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਅਚਾਨਕ ਤੋਂ ਟਿਕ ਕਰਕੇ ਆਈਡੀਆ ਆਇਆ ਕਿ ਚਲੋ ਜੀ ਮੈਂ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਬਣਾ ਦਿੰਦੀ ਹਾਂ। ਠੀਕ ਹੈ, ਉਹ ਚੀਜ਼ ਆਪਾਂ ਗੱਲ ਕਰ ਰਹੇ ਹਾਂ। ਸੋ ਇੱਥੇ ਇਹਨਾਂ ਨੇ ਕੀ ਕਿਹਾ, has a sudden ਦੀ ਜਗ੍ਹਾ ਤੇ ਉੱਥੇ ਉਹਨਾਂ ਨੇ ਵਰਡ ਕੀ ਯੂਜ਼ ਕੀਤਾ ਹੋਇਆ, spontaneous ਅਚਾਨਕ ਤੋਂ ਹੋਣ ਵਾਲਾ, sudden ਅਚਾਨਕ ਤੋਂ ਹੋਣ ਵਾਲਾ ਕੀ, ਅਚਾਨਕ ਤੋਂ ਆਇਆ ਸੀ ਆਈਡੀਆ। ਆਈਡੀਆ ਦਾ ਸਿਨੋਨਿਮ ਹੁਣ ਤੁਸੀਂ ਦੇਖੋ, ਆਈਡੀਆ ਦਾ ਸਿਨੋਨਿਮ ਇਨਵੈਂਸ਼ਨ ਹੈਗਾ, ਨਹੀਂ ਹੈਗਾ। ਆਈਡੀਆ ਦਾ ਸਿਨੋਨਿਮ ਮਿਸਟੇਕ ਹੈਗਾ, ਨਹੀਂ ਹੈਗਾ। ਐਕਸਪੈਰੀਮੈਂਟਸ ਹੈਗਾ, ਨਹੀਂ ਹੈਗਾ। ਗੋਲਸ ਹੈਗਾ, ਨਹੀਂ। ਲੱਕ, ਨਹੀਂ। ਕੰਪਰੋਮਾਈਜ਼, ਨਹੀਂ। ਇੰਸਪੀਰੇਸ਼ਨ ਕੀ ਹੋ ਗਿਆ, ਕਿਸੇ ਚੀਜ਼ ਨੂੰ ਕਰਨ ਦੀ ਮੇਰੇ ਕੋ ਅਚਾਨਕ ਤੋਂ ਮੈਂ ਕਿਹਾ ਵੀ ਅੱਜ ਇਦਾਂ ਕਰਦੇ ਆ, ਹਨਾ, ਇੰਸਪੀਰੇਸ਼ਨ ਹੋ ਗਈ, ਤਾਂ ਉਹ ਕੀ ਹੋ ਗਿਆ, ਇੱਕ ਤਰ੍ਹਾਂ ਦਾ ਆਈਡੀਆ ਹੋ ਗਿਆ। ਤਾਂ ਆਪਣੇ ਕੋਲ ਆਪਸ਼ਨ ਕੀ ਆ ਗਈ, ਐਫ, ਕਿਸੇ ਬੰਦੇ ਨੂੰ ਇੰਸਪੀਰੇਸ਼ਨ ਆਈ। ਠੀਕ ਹੈ, although ਦਾ ਮਤਲਬ ਕੀ ਆ, ਭਾਵੇਂ ਕੀ, ਹਨਾ, ਭਾਵੇਂ ਕਿ this can occur, it is not often the case। ਉਹ ਕਹਿੰਦਾ ਹੋ ਸਕਦਾ ਅਚਾਨਕ ਤੋਂ ਤੁਸੀਂ, ਹਨਾ, ਤੁਹਾਨੂੰ ਅਚਾਨਕ ਤੋਂ, ਕਿਹੜਾ ਸਾਇੰਟਿਸਟ ਸੀ ਜਿਹਨੂੰ ਅਚਾਨਕ ਤੋਂ ਯੂਰੇਕਾ ਕਰਦਾ ਭੱਜਿਆ ਸੀ, ਜਿਹਨੂੰ ਬੜਾ ਅੱਛਾ ਆਈਡੀਆ ਆਇਆ ਸੀਗਾ ਕਿ ਆਰਕਿਮੀਡੀਜ਼ ਪ੍ਰਿੰਸੀਪਲ ਦੀ ਸ਼ਾਇਦ ਤੁਸੀਂ ਸਟੋਰੀ ਸੁਣੀ ਹੋਵੇ। ਆਰਕਿਮੀਡੀਜ਼ ਪ੍ਰਿੰਸੀਪਲ 'ਚੋਂ ਕਹਿੰਦੇ ਹੁੰਦੇ ਆ ਨਾ ਕਿ ਉਹ ਮਤਲਬ ਆਰਕਿਮੀਡੀਜ਼ ਬੈਠਾ ਸੋਚ ਰਿਹਾ ਸੀ ਕਿ ਜਹਾਜ਼ ਨੂੰ ਕਿਵੇਂ ਡੁੱਬਣ ਤੋਂ ਬਚਾਵਾਂ, ਐਂਡ ਦੈਨ ਹੀ ਗॉट ਐਨ ਆਈਡੀਆ, ਤੇ ਫਿਰ ਉਹ ਕੀ ਸੀਗਾ, ਉਹ ਸਡਨ ਆਈਡੀਆ ਸੀ। ਉਹ ਕਹਿੰਦੇ ਕਿ ਇਹ ਚੀਜ਼ ਹੋ ਸਕਦੀ ਹੈ, ਬਟ ਇੱਦਾਂ ਅਕਸਰ ਹੁੰਦਾ ਨਹੀਂ, ਨਾਟ ਆਫਨ ਦਾ ਕੇਸ। ਅਕਸਰ ਇੱਦਾਂ ਹੁੰਦਾ ਨਹੀਂ ਕਿ ਤੁਸੀਂ ਬੈਠੇ ਹੋ ਤੇ ਆਊਟ ਆਫ ਦਾ ਬਲੂ ਸਾਨੂੰ ਆਊਟ ਆਫ ਦਾ ਵਰਲਡ ਆਈਡੀਆ ਆ ਗਿਆ ਜਿਹੜਾ ਤੁਹਾਨੂੰ ਪੋਪੂਲਰ ਕਰ ਦੂਗਾ ਜਾਂ ਜਿਹੜਾ ਤੁਹਾਨੂੰ ਹੈਲਪ ਕਰੂਗਾ ਟੂ ਇਨਵੈਂਟ ਸਮਥਿੰਗ। ਠੀਕ ਹੈ, ਐਡਵਾਂਸਿਸ ਆਰ ਮੋਰ ਲਾਈਕਲੀ ਟੂ ਬੀ ਅ ਰਿਜ਼ਲਟ ਆਫ ਲੌਂਗਰ ਪ੍ਰੋਸੈਸ। ਉਹ ਕਹਿੰਦੇ ਕਿ ਜਿਹੜੀ ਵੀ ਆਪਾਂ ਇੰਪਰੂਵਮੈਂਟ ਕਰਦੇ ਹਾਂ ਉਹ ਕੀ ਆ, ਇੱਕ ਲੌਂਗਰ ਪ੍ਰੋਸੈਸ ਹੈਗਾ। In some cases, this process involves a dash।
ਹੁਣ ਦੇਖੋ ਸਚ ਐਸ ਨਿਕਲਸਨਸ ਥਿਊਰੀ, ਤਾਂ ਹੁਣ ਆਪਾਂ ਨਿਕਲਸਨਸ ਦੀ ਥਿਊਰੀ ਦੀ ਗੱਲ ਕਰਨੀ ਹੈ ਤੇ ਇਹ ਆਪਣਾ ਕੀਵਰਡ ਆ, ਠੀਕ ਹੈ। ਜਦੋਂ ਆਪਾਂ ਆਹ ਵਰਡ ਪੜਾਂਗੇ ਉਦੋਂ ਬਾਅਦ ਮੂਵ ਕਰਾਂਗੇ, ਠੀਕ ਹੈ, ਆਫ ਪ੍ਰੋਟੋ ਐਲੀਮੈਂਟਸ। ਚਲੋ ਜੀ ਪਿੱਛੇ ਚੱਲਦੇ ਹਾਂ, ਹੁਣ ਆਪਾਂ ਟਰੂ ਫਾਲਸ ਤੇ ਆਉਂਦੇ ਹਾਂ। ਉਹ ਕਹਿੰਦੇ ਰਾਈਟ ਦਾ ਕਰੈਕਟ ਲੈਟਰ। ਉਹ ਪਹਿਲੇ ਪੈਰਾਗ੍ਰਾਫ 'ਚ ਕੀ ਦੱਸਿਆ ਗਿਆ? ਹੁਣ ਆਪਣਾ ਪਹਿਲਾ ਪੈਰਾਗ੍ਰਾਫ ਦਾ ਅਗਰ ਮੈਂ ਸਮਰੀ ਕਰਾਂ ਤਾਂ ਪਹਿਲੇ ਪੈਰਾਗ੍ਰਾਫ ਦੀ ਸਮਰੀ ਮੇਰੀ ਇਹ ਆ ਕਿ ਕਨਵੈਨਸ਼ਨਲ ਆਈਡੀਆ ਇਹ ਆ ਵੀ ਸਾਨੂੰ ਕਦੇ ਵੀ ਕੋਈ ਮਹਾਨ, ਸਾਨੂੰ ਨਹੀਂ, ਚਲੋ ਇੰਟੈਲੀਜੈਂਟ ਲੋਕਾਂ ਨੂੰ, ਹੈ ਨਾ, ਸ਼ੇਅਰ ਜਿਹੜੇ ਜੀਨੀਅਸ ਲੋਕ ਨੇ, ਉਹਨਾਂ ਲੋਕਾਂ ਨੂੰ ਇੱਕਦਮ ਸੇ ਆਈਡੀਆ ਆਉਂਦਾ ਜਿਹੜਾ ਕਿ ਸਾਇੰਟੀਫਿਕ ਡਿਸਕਵਰੀ ਕਰਦਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਡਿਪੈਂਡ ਨਹੀਂ ਕਰਦਾ। ਉਹਦੇ ਜਿਹੜੇ ਪਹਿਲਾਂ ਤੋਂ ਆਉਣ ਵਾਲੇ ਉਹਦੇ ਪੁਰਾਣੇ ਜਿਹੜੇ ਲੋਕ ਹੈਗੇ ਆ ਜਾਂ ਉਹਦੇ ਆਸ-ਪਾਸ ਦਾ ਮਾਹੌਲ, ਹੈ ਨਾ। ਤਾਂ ਬੇਸਿਕਲੀ ਹੁਣ ਤੁਸੀਂ ਦੇਖੋ ਡਿਫੈਂਡ ਪਰਟੀਕੂਲਰ ਆਈਡੀਆ, ਕੀ ਇਹ ਡਿਫੈਂਡ ਕਰ ਰਿਹਾ? ਡਿਫੈਂਡ ਕਰਨ ਦੀ ਬਜਾਏ ਉਸ ਆਈਡੀਆ ਨੂੰ ਆਪਾਂ ਕੀ ਕਰ, ਮਤਲਬ ਆਹ ਵਾਲੀ ਜਿਹੜੀ ਥਿਊਰੀ ਹੈਗੀ ਆ ਕਿ ਆਈਡੀਆ ਅਚਾਨਕ ਤੋਂ ਹੁੰਦਾ, ਇਹਦੇ ਆਪਾਂ ਆਪੋਜੀਸ਼ਨ 'ਚ ਪੁਆਇੰਟ ਦੱਸ ਰਹੇ ਹਾਂ, ਹੈ ਨਾ, ਕਿ ਨਾ ਤੇ ਆਹ ਚੀਜ਼ ਕੰਸੀਡਰ ਕਰਦੇ ਹੋ ਨਾ ਤੁਸੀਂ ਆਹ ਕੰਸੀਡਰ ਕਰਦੇ ਹੋ, ਇੱਦਾਂ ਕਿੱਦਾਂ ਪੋਸੀਬਲ ਹੈ, ਠੀਕ ਹੈ। ਉਹ ਕਹਿੰਦੇ ਕੰਪੇਅਰ ਕਰਦਾ ਸਰਟਨ ਬਲੀਫਸ। ਹੁਣ ਦੇਖੋ ਕੰਪੈਰੀਜ਼ਨ ਨਹੀਂ ਕੀਤਾ, ਆਪਾਂ ਇੱਕੋ ਗੱਲ ਕੀਤੀ ਹੈ, ਕਿਹੜੀ? ਟ੍ਰੈਡੀਸ਼ਨਲ ਆਈਡੀਆਜ਼, ਠੀਕ ਹੈ। ਡਿਸਅਪਰੂਵ ਵਾਈਡਲੀ ਹੈਲਡ ਵਿਊ, ਆਹ ਆਪਸ਼ਨ ਹੋ ਸਕਦੀ ਹੈ। ਆਊਟਲਾਈਨ ਅ ਕਾਮਨ ਅਜ਼ੰਪਸ਼ਨ। ਹੁਣ ਦੇਖੋ ਜਿਹੜੀ ਕਾਮਨ ਅਜ਼ੰਪਸ਼ਨ ਨੂੰ ਆਊਟਲਾਈਨ ਕਰਨਾ ਮਤਲਬ ਉਹਨੂੰ ਐਕਸਪਲੇਨ ਕਰਨਾ। ਆਪਾਂ ਕੀ ਕੀਤਾ? ਉਹਦੇ ਆਪੋਜ਼ਿਟ ਪੁਆਇੰਟ ਦਿੱਤੇ ਆ, ਹਨਾ। ਆ ਦੇਖੋ ਆਪਣਾ ਪੁਆਇੰਟ ਕੀ ਕਹਿ ਰਿਹਾ ਸੀ? ਉਹ ਕਹਿੰਦੇ ਕਿ ਇਹ ਬਲੀਵ ਕੀਤਾ ਜਾਂਦਾ, ਸਾਇੰਟੀਫਿਕ ਡਿਸਕਵਰੀ ਇਜ਼ ਪੋਪੂਲਰਲੀ ਬਲੀਵਡ, ਮੰਨੀ ਜਾਂਦੀ ਆ, ਟੂ ਰਿਜ਼ਲਟ ਫਰੋਮ ਕਿਸੇ ਜੀਨੀਅਸ ਜਿਨ੍ਹਾਂ ਦਾ ਬੜਾ ਵਧੀਆ ਇੰਟੈਲੈਕਚੁਅਲ ਪਾਵਰ ਹੈਗਾ। ਆਵਰ ਵਿਊ ਆਫ ਸੱਚ ਯੂਨੀਕ ਕੰਟਰੀਬਿਊਸ਼ਨ ਟੂ ਸਾਇੰਟੀਫਿਕ ਆਫਨ ਡਿਸਰਿਗਾਰਡ। ਹੁਣ ਦੇਖੋ ਉਹ ਉਸ ਚੀਜ਼ ਨੂੰ ਕੰਟਰਾਡਿਕਟ ਕਰਨੀ ਸ਼ੁਰੂ ਕਰਤਾ। ਉਹ ਕਹਿੰਦੇ ਕਿ ਅਸੀਂ ਆਹ ਤਾਂ ਇੱਕ ਪ੍ਰਾਇਰ ਐਕਸਪੀਰੀਅੰਸ ਨੂੰ ਤਾਂ ਅਸੀਂ ਡਿਸਰਿਗਾਰਡ ਕਰ ਦਿੰਦੇ, ਉਹਨੂੰ ਤਾਂ ਅਸੀਂ ਲੈ ਕੇ ਨਹੀਂ ਚੱਲਦੇ। ਤਾਂ ਮਤਲਬ ਆਪਾਂ ਕੀ ਕਰ ਰਹੇ ਹਾਂ? ਜਿਹੜਾ ਕੋਈ ਪੋਪੂਲਰ ਬਿਲੀਫ ਕਿਸੇ ਨੇ ਦਿੱਤਾ ਆ ਉਹਨੂੰ ਕੀ ਕਰ ਰਹੇ ਹਾਂ? ਡਿਸਅਪਰੂਵ ਕਰ ਰਹੇ ਹਾਂ। ਕਿਉਂ? ਕਿ ਇਹਦੇ ਵਿੱਚ ਕੁਝ ਜਿਹੜੀਆਂ ਹੈਗੀਆਂ, ਵੇਟ ਅ ਸੈਕ, ਵਾਈਡਲੀ ਹੈਲਡ ਵਿਊ, ਇਹ ਹੈਲਡ ਵਿਊ ਵਾਈਡਲੀ ਹੈਗਾ, ਇੱਕ ਸੈਕਿੰਡ। ਉਹ ਕਹਿੰਦੇ ਟੂ ਸਾਇੰਟੀਫਿਕ ਕੰਸੀਡਰ ਡਿਸਕਵਰੀਜ਼ ਐਂਡ ਅਦਰ ਸਾਇੰਟੀਫਿਕ ਡਿਸਕਵਰੀਜ਼ ਪੋਪੂਲਰਲੀ ਬਿਲੀਵਡ ਟੂ ਰਿਜ਼ਲਟ ਫਰੋਮ। ਉਹ ਸਾਇੰਟੀਫਿਕ ਡਿਸਕਵਰੀ ਬਿਲੀਵ ਕੀਤੀ ਜਾਂਦੀ ਹੈ, ਕਿਹਦਾ ਰਿਜ਼ਲਟ ਹੈਗਾ, ਠੀਕ ਆ, ਹਾਈਲਾਈਟ ਕੀਤੇ ਨੇ ਪੁਆਇੰਟਸ, ਠੀਕ ਆ। ਤਾਂ ਆਪਣਾ ਜਿਹੜਾ ਆਪਸ਼ਨ ਹੈਗੀ ਆ ਰਾਜੇ, ਇਹਦੇ ਵਿੱਚ ਆਪਾਂ ਕੀ ਕੀਤਾ? ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਡਿਫੈਂਡ ਕੀਤਾ ਕਿਸੇ ਪਰਟੀਕੂਲਰ ਆਈਡੀਆ ਨੂੰ, ਨਹੀਂ ਕੀਤਾ। ਕੰਪੇਅਰ ਕੀਤੇ ਸਰਟਨ ਬਲੀਫ, ਆਪਾਂ ਇੱਕੋ ਬਲੀਫ ਨੂੰ ਲੈ ਕੇ ਚੱਲੇ ਆ, ਕਿਹੜਾ? ਜਿਹੜਾ ਦੱਸ ਰਿਹਾ ਹੈਗਾ ਕਿ ਟ੍ਰੈਡੀਸ਼ਨਲ ਕਨਵੈਨਸ਼ਨਲ ਆਈਡੀਆ ਕੀ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਹੈਗਾ ਉਹਦੇ 'ਚ ਮਤਲਬ ਅਜ਼ਿਊਮ ਕਰਦੇ ਆ। ਡਿਸਅਪਰੂਵ ਅ ਵਾਈਡਲੀ ਹੈਲਡ ਵਿਊ, ਨਹੀਂ, ਇੱਥੇ ਜਿਹੜਾ ਹੈਗਾ ਉਹਦੇ ਆਪੋਜੀਸ਼ਨ 'ਚ ਪੁਆਇੰਟ ਦਿੱਤੇ ਗਏ ਹੈਗੇ ਆ ਪਰ ਉਹਨੂੰ ਡਿਸਅਪਰੂਵ ਨਹੀਂ ਕੀਤਾ ਗਿਆ। ਆਊਟਲਾਈਨ ਕੀਤੀ ਗਈ ਆ ਇੱਕ ਕਾਮਨ ਅਜ਼ੰਪਸ਼ਨ। ਅਜ਼ੰਪਸ਼ਨ ਕੀ ਹੈਗਾ? ਕਿ ਆਈਡੀਆ ਅਚਾਨਕ ਤੋਂ ਆ ਜਾਂਦਾ, ਠੀਕ ਹੈ, ਦਿਸ ਇਜ਼ ਯੋਰ ਅਜ਼ੰਪਸ਼ਨ। ਨੈਕਸਟ ਅੱਗੇ ਕੀ ਕਹਿੰਦੇ ਹੈਗੇ ਆ? ਉਹ ਕਹਿੰਦੇ ਵਟ ਆਰ ਦ ਰਾਈਟਰਸ ਆਰ ਡੂਇੰਗ ਇਨ ਸੈਕਿੰਡ ਪੈਰਾਗ੍ਰਾਫ। ਤਾਂ ਹੁਣ ਸਾਨੂੰ ਪਤਾ ਲੱਗ ਗਿਆ ਅਸੀਂ ਸੈਕਿੰਡ ਪੈਰਾਗ੍ਰਾਫ ਦੀ ਗੱਲ ਕਰਨੀ ਹੈ ਤੇ ਇੱਕ ਆਪਣੇ ਕੋਲੇ ਵਰਡ ਕੀ ਸੀਗਾ? ਨਿਕਲਸਨਸ। ਤਾਂ ਜਾਂ ਤਾਂ ਨਿਕਲਸਨਸ ਦੀ ਗੱਲ ਹੋਊਗੀ ਜਾਂ ਫਿਰ ਆਪਾਂ ਸੈਕਿੰਡ ਪੈਰਾਗ੍ਰਾਫ 'ਚ ਦੱਸਣਾ ਹੈਗਾ ਕਿ ਰਾਈਟਰ ਕੀ ਕਰ ਰਿਹਾ ਹੈਗਾ, ਠੀਕ ਹੈ। ਚਲੋ ਜੀ ਸੈਕਿੰਡ ਪੈਰਾਗ੍ਰਾਫ ਤੇ ਆਪਾਂ ਜਾਣੇ ਹੈਗੇ ਆ। ਦੇਅਰ ਮੇ ਬੀ, ਹੁਣ ਦੇਖੋ, ਦੇਅਰ ਮੇ ਬੀ ਸਮ ਲਿਮਿਟਡ ਟਰੂਥ ਟੂ ਦਿਸ ਵਿਊ। ਇਸ ਵਿਊ ਦੇ ਵਿੱਚ ਕੁਝ ਹੱਦ ਤੱਕ ਸੱਚਾਈ ਹੋ ਸਕਦੀ ਆ। ਹਾਊਐਵਰ ਵੀ ਬਲੀਵ, ਵੀ ਕੌਣ ਹੈ ਇੱਥੇ? ਰਾਈਟਰ ਆਪ ਦੀ ਗੱਲ ਕਰ ਰਿਹਾ। ਉਹ ਕਹਿੰਦਾ ਮੇਰਾ ਮੰਨਣਾ ਆ, ਕੀ ਮੰਨਣਾ ਆ? ਇਟ ਲਾਰਜਲੀ ਮਿਸ ਇੰਟਰਪ੍ਰੇਟਸ ਦ ਰੀਅਲ ਨੇਚਰ ਆਫ ਸਾਇੰਟੀਫਿਕ ਡਿਸਕਵਰੀ। ਉਹ ਕਹਿੰਦਾ ਜਿਹੜਾ ਕਨਵੈਨਸ਼ਨਲ ਵਿਊ ਹੈਗਾ ਇਹ ਮਿਸ ਇੰਟਰਪ੍ਰੇਟ ਕਰ ਰਿਹਾ, ਮਤਲਬ ਸਮਝ ਨਹੀਂ ਰਿਹਾ ਪ੍ਰੋਪਰਲੀ। ਕਿਹੜੀ ਚੀਜ਼ ਨੂੰ ਸਮਝ ਨਹੀਂ ਰਿਹਾ? ਨੇਚਰ ਆਫ ਸਾਇੰਟੀਫਿਕ ਡਿਸਕਵਰੀ ਨੂੰ ਪ੍ਰੋਪਰਲੀ ਸਮਝ ਨਹੀਂ ਪਾ ਰਿਹਾ। as well as that of creativity and innovation in many other realms of human endeavor, human attempt। ਬਹੁਤ ਸਾਰੇ ਹੋਰ ਇਦਾਂ ਦੇ ਏਰੀਆਜ਼ ਹੈਗੇ ਆ ਜਿੱਥੇ ਸਾਇੰਟੀਫਿਕ ਡਿਸਕਵਰੀ ਹੋਈ ਆ ਪਰ ਆਹ ਵਾਲਾ ਵਿਊ ਉਸ ਗੱਲ ਨੂੰ ਨਹੀਂ ਸਮਝ ਪਾ ਰਿਹਾ। ਸਾਇੰਟੀਫਿਕ ਇਹਨੂੰ ਕੀ ਕਰ ਰਿਹਾ? ਹੁਣ ਮਿਸ ਇੰਟਰਪ੍ਰੇਟ ਕਰ ਰਿਹਾ, ਮਤਲਬ ਰਾਈਟਰ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ? ਆ ਜਿਹੜਾ ਉੱਪਰ ਆਪਾਂ ਪੁਆਇੰਟ ਲਿਖਿਆ ਸੀ ਇਹਨੂੰ ਕੀ ਕਰ ਰਹੇ ਆ? ਆਪਾਂ ਅਪੋਜ਼ ਕਰ ਰਹੇ ਆ। ਹਾਊਐਵਰ ਤੋਂ ਬਾਅਦ ਆਪਾਂ ਆਪੋਜ਼ਿਟ ਸਾਈਡ ਜਾਂਦੇ ਆ, ਹਨਾ। ਹਾਊਐਵਰ ਵੀ ਬਲੀਵ ਦੈਟ, ਤਾਂ ਆਪਾਂ ਕੀ ਕੀਤਾ? ਉਸ ਚੀਜ਼ ਨੂੰ ਅਪੋਜ਼ ਕੀਤਾ। ਤਾਂ ਆਪਣਾ ਜਿਹੜਾ ਹੈਗਾ ਕੁਐਸਚਨਸ ਦੇਖੋ, ਕ੍ਰਿਟਿਸਾਈਜ਼ਿੰਗ ਐਨ ਓਪੀਨੀਅਨ, ਜਸਟੀਫਿਕੇਸ਼ਨ ਆਫ ਅ ਸਟੈਂਡ ਪੁਆਇੰਟ। ਜਸਟੀਫਿਕੇਸ਼ਨ ਕੀ? ਉਹਦੇ ਹੱਕ 'ਚ ਬੋਲਣਾ। ਆਪਾਂ ਉਹਦੇ ਹੱਕ 'ਚ ਬੋਲਿਆ? ਨਹੀਂ ਬੋਲੇ। ਐਕਸਪਲੇਨਿੰਗ ਐਨ ਅਪਰੋਚ, ਆਪਾਂ ਉਸ ਅਪਰੋਚ ਦਾ ਆਪੋਜੀਸ਼ਨ ਦੱਸੀ ਆ। ਰਾਈਟਰ ਕਹਿੰਦਾ ਵੀ ਮੈਨੂੰ ਲੱਗਦਾ ਇਹ ਚੀਜ਼ ਗਲਤ ਆ,
है ना। तो आपां की कर रहे हैगे आ, उस पॉइंट नूं क्रिटिसाइज कर रहे हैं, ਉਹਦੇ opposition ਦੇ ਵਿੱਚ ਆਪਾਂ ਕੀ ਦੇ ਰਹੇ ਹਾਂ, ਪੁਆਇੰਟਸ ਦੇ ਰਹੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਇਹਦੀ ਨੈਕਸਟ ਆਪਸ਼ਨ ਦੇਖੋ ਕੀ ਕਹਿ ਰਹੀ ਸੀਗੀ, ਲਾਸਟ ਆਪਸ਼ਨ ਹੈ ਸਪੋਰਟਿੰਗ ਐਨ ਆਰਗੂਮੈਂਟ। ਇੱਕ ਆਰਗੂਮੈਂਟ ਨੂੰ ਸਪੋਰਟ ਕਰਨਾ, ਨਹੀਂ ਜੀ ਆਪਾਂ ਉਸ ਆਰਗੂਮੈਂਟ ਨੂੰ ਸਪੋਰਟ ਨਹੀਂ ਕਰ ਰਹੇ, ਆਪਾਂ ਉਸ ਆਰਗੂਮੈਂਟ ਨੂੰ ਅਪੋਜ਼ ਕਰ ਰਹੇ ਹਾਂ, ਤਾਂ ਆਪਾਂ ਕੀ ਕਰ ਰਹੇ ਹਾਂ, ਕ੍ਰਿਟਿਸਾਈਜ਼ ਕਰ ਰਹੇ ਹਾਂ। ਠੀਕ ਹੈ, ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਕੀ ਹੈ, ਇਨ ਦਾ ਥਰਡ ਪੈਰਾਗ੍ਰਾਫ, ਤੀਜੇ ਪੈਰਾਗ੍ਰਾਫ ਦੇ ਵਿੱਚ what do writers suggest about Darwin and Einstein। ਤਾਂ ਹੁਣ ਆਪਣੇ ਕੋਲੇ ਡਾਰਵਿਨ ਤੇ ਆਇਨਸਟਾਈਨ ਦੀ ਗੱਲ ਕੀਤੀ ਹੈ, ਤੇ ਉਹ ਕਹਿੰਦਾ ਕਿ ਕੀ ਚੀਜ਼ ਹੈਗੀ ਆ ਜਿਹੜੀ ਰਾਈਟਰ ਨੇ ਹਾਈਲਾਈਟ ਕੀਤੀ ਹੈ, ਕਿਹਦੇ ਬਾਰੇ, ਡਾਰਵਿਨ ਬਾਰੇ ਜਾਂ ਆਇਨਸਟਾਈਨ ਬਾਰੇ। ਠੀਕ ਹੈ, ਤਾਂ ਹੁਣ ਆਪਾਂ ਦੇਖਦੇ ਹਾਂ ਕਿ ਡਾਰਵਿਨ ਤੇ ਆਇਨਸਟਾਈਨ ਬਾਰੇ ਕਿਹੜੀ ਗੱਲ ਹੈ ਜਿਹੜੀ ਉਹਨੇ ਹਾਈਲਾਈਟ ਕੀਤੀ ਆ। ਤਾਂ ਹੁਣ ਉਹ ਕੀ ਕਹਿੰਦੇ, ਸੈਟਿੰਗ ਅਸਾਈਡ। ਹੁਣ ਦੇਖੋ, ਹੁਣ ਆਪਾਂ ਉਹ ਕਹਿੰਦੇ ਵੀ ਪਾਸੇ ਰੱਖ ਦੋ, ਕਿਹਨੂੰ ਪਾਸੇ ਰੱਖ ਦੋ, ਸੈਟਿੰਗ ਅਸਾਈਡ। ਸੈਟਿੰਗ ਦਾ ਮਤਲਬ ਪੁੱਟ ਅਸਾਈਡ, ਆਪਾਂ ਕਿਹਨੂੰ ਸਾਈਡ ਤੇ ਰੱਖ ਰਹੇ ਹਾਂ, ਪੁੱਟ ਅਸਾਈਡ the greats as Darwin and Einstein whose monumental contribution, monumental ਬਹੁਤ ਵੱਡੀਆਂ ਬਹੁਤ ਭਾਰੀ contributions are duly celebrated, we suggest that innovation is more a process of trial and error। ਤਾਂ ਉਹ ਕਹਿੰਦੇ ਕਿ ਇਹਨਾਂ ਨੂੰ ਛੱਡ ਦੋ, ਇਹ ਬੰਦੇ ਐਕਸੈਪਸ਼ਨਸ ਨੇ, ਹਨਾ। ਪੁੱਟ ਅਸਾਈਡ ਦਾ ਮਤਲਬ ਕੀ ਹੈਗਾ, ਇਹਦਾ ਮਤਲਬ ਹੈਗਾ ਕਿ ਜਿਹੜਾ ਡਾਰਵਿਨ ਤੇ ਆਇਨਸਟਾਈਨ ਸੀ ਉਹ ਕੀ ਸੀਗੇ, ਉਹ ਐਕਸੈਪਸ਼ਨ ਹੈ, ਵੀ ਉਹ ਜਿਹੜਾ ਕਾਮਨ ਬਿਲੀਫ, ਜਿਹੜਾ ਕਾਮਨ ਫੈਕਟਰ ਹੈ, ਜਿਹੜਾ ਕੰਮ ਕਰ ਰਿਹਾ ਇਨੋਵੇਸ਼ਨ ਦੇ ਪਿੱਛੇ, ਉਹ ਉਸ ਕੈਟਾਗਰੀ 'ਚ ਫਾਲ ਨਹੀਂ ਕਰ ਰਹੇ, ਤਾਂ ਮਹਾਨ ਆਤਮਾਵਾਂ ਨੇ, ਪੁੱਟ ਅਸਾਈਡ ਕਰ ਦੋ ਉਹਨਾਂ ਨੂੰ। ਠੀਕ ਹੈ, ਉਹ ਕਹਿੰਦੇ whose monumental contributions are duly celebrated, ਮਤਲਬ ਜਿਨ੍ਹਾਂ ਦੀਆਂ ਕੰਟਰੀਬਿਊਸ਼ਨਸ ਨੂੰ ਅਸੀਂ ਬਹੁਤ ਵੱਡੇ ਪੱਧਰ ਤੇ ਸੈਲੀਬ੍ਰੇਟ ਕਰਦੇ ਹਾਂ। ਸੈਲੀਬ੍ਰੇਟ ਕਰਨ ਦਾ ਮਤਲਬ ਕੀ ਹੈ, ਤੇ ਮੰਨਦੇ ਆ ਉਹਨਾਂ ਦੀਆਂ ਗੱਲਾਂ ਵੀ, ਹਾਂ ਆਹ ਬੰਦਾ ਸੀ ਬਈ ਆਇਨਸਟਾਈਨ, ਇਹਨੇ ਬੜਾ ਕੰਮ ਕੀਤਾ। ਠੀਕ ਹੈ, ਇਦਾਂ we suggest that innovation is more a process of trial and error where two step forward may sometimes come with one step back, कि ਆਪਾਂ दो step ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ step ਪਿੱਛੇ ਆ ਰਹੇ ਹਾਂ, as well as one or more steps to left or right, मतलब कि ये गलतियां कर रहे हैं। ठीक है, this evolutionary view of human innovation undermines the notion of creative geniuses and recognize the cumulative nature of scientific progress। ਤਾਂ ਕਹਿਣ ਦਾ ਕੀ ਮਤਲਬ ਆ, ਉਹ ਕਹਿੰਦੇ ਜਿਹੜਾ ਆ ਵਿਊ ਹੈਗਾ, ਕਿਹੜਾ ਵਿਊ, ਵੀ ਆਇਨਸਟਾਈਨ ਨੂੰ ਤੇ ਡਾਰਵਿਨ ਨੂੰ ਪਾਸੇ ਰੱਖ ਦੋ। ਸਾਇੰਟਿਫਿਕ ਡਿਸਕਵਰੀ ਇੱਕ ਮੈਥਡ ਆ ਟਰਾਇਲ ਦਾ ਤੇ ਐਰਰ ਦਾ, ਤੁਸੀਂ ਕੰਮ ਕਰੋਗੇ, ਤੁਸੀਂ ਗਲਤੀ ਕਰੋਗੇ, ਇੰਪਰੂਵ ਕਰੋਗੇ, ਯੂ ਵਿਲ ਮੂਵ ਫਾਰਵਰਡ। ਹੋ ਸਕਦਾ ਫਾਰਵਰਡ ਮੂਵ ਨਾ ਵੀ ਕਰੋ, ਸਟਕ ਕਰ ਜਾਓ। ਠੀਕ ਆ, ਲੈਫਟ ਐਂਡ ਰਾਈਟ ਹੋ ਜਾਓ। ਠੀਕ ਹੈ, ਤਾਂ ਉਹ ਕਹਿੰਦੇ ਕਿ ਜਿਹੜਾ ਇਹ ਵਿਊ ਹੈ ਅੰਡਰਮਾਈਨ ਕਰਦਾ, ਕਿਹਨੂੰ ਅੰਡਰਮਾਈਨ ਕਰਦਾ, ਮਤਲਬ ਉਸ ਚੀਜ਼ ਨੂੰ ਨਹੀਂ ਮੰਨਦਾ, ਕਿਹੜਾ, ਕ੍ਰੀਏਟਿਵ ਜੀਨੀਅਸਿਸ ਨੂੰ। ਕ੍ਰੀਏਟਿਵ ਜੀਨੀਅਸਿਸ ਮਤਲਬ ਆਇਨਸਟਾਈਨ ਵਰਗੇ ਬੰਦੇ, ਮਤਲਬ ਆਪਾਂ ਕਹਿ ਰਹੇ ਹਾਂ, ਮੈਂ ਇੱਕ ਥਿਊਰੀ ਦਿੱਤੀ ਹੈ ਜਿਹਦੇ ਚੋਂ ਆਇਨਸਟਾਈਨ ਤੇ ਡਾਰਵਿਨ ਬਾਹਰ ਆ। ਠੀਕ ਹੈ, ਮੈਂ ਕਿਹਾ ਵੀ ਇਹ ਤੇ ਬੰਦੇ ਮਹਾਨ ਸੀ ਬਈ, ਇਹਨਾਂ ਨੂੰ ਛੱਡ ਦੋ, ਬਾਹਰ ਕੱਢ ਦੋ। ਠੀਕ ਹੈ, ਤਾਂ ਹੁਣ ਆਪਣੇ ਕੋਲੇ ਜਿਹੜਾ ਹੈਗਾ ਕੁਐਸਚਨਸ ਦੇਖਦੇ ਆ। ਕੁਐਸਚਨ ਕੀ ਕਹਿੰਦਾ ਹੈ, ਤੀਜੇ ਪੈਰਾਗ੍ਰਾਫ ਦੇ ਵਿੱਚ ਉਹਨੇ ਡਾਰਵਿਨ ਤੇ ਆਇਨਸਟਾਈਨ ਬਾਰੇ ਕੀ ਗੱਲ ਕੀਤੀ ਹੈ, they represent an exception to a general rule। ਪਹਿਲੀ ਲਾਈਨ 'ਚ ਇਹਨਾਂ ਨੇ ਇਹ ਕਹਿਤਾ ਸੀ ਕਿ ਉਹਨਾਂ ਨੂੰ ਸਾਈਡ ਤੇ ਕੱਢ ਦੋ, ਹਨਾ। ਹੁਣ ਦੇਖੋ, their way of working has been misunderstood, ਨਹੀਂ, they are an ideal which others should aspire to। ਹੁਣ ਕੀ ਸਾਨੂੰ ਉਹਨਾਂ ਤੋਂ ਇੰਸਪੀਰੇਸ਼ਨ ਲੈਣੀ ਚਾਹੀਦੀ ਆ, ਨਹੀਂ ਲੈਣੀ ਚਾਹੀਦੀ, ਇਹ ਗੱਲ ਕਿਤੇ ਨਹੀਂ ਕੀਤੀ ਉਹਨੇ। ਠੀਕ ਆ, their achievements deserve greater recognition। ਤਾਂ ਉਹ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਅਚੀਵਮੈਂਟਸ ਨੇ ਉਹਨਾਂ ਨੂੰ ਹੋਰ ਸੈਲੀਬ੍ਰੇਟ ਕਰਨਾ ਚਾਹੀਦਾ, ਜਦ ਕਿ ਉੱਥੇ ਪੈਰੇ 'ਚ ਉਹਨਾਂ ਨੇ ਕੀ ਕਿਹਾ, देयर ਅਚੀਵਮੈਂਟਸ ਆਰ ਡਿਊਲੀ ਸੈਲੀਬ੍ਰੇਟਡ, ਮਤਲਬ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਰੈਕਗਨੀਸ਼ਨ ਮਿਲੀ ਹੋਈ ਆ। ਤਾਂ ਆ ਵੀ ਤੁਹਾਡਾ ਗਲਤ ਹੋ ਗਿਆ। ਤਾਂ ਆਪਣੀ ਸਹੀ ਆਪਸ਼ਨ ਕੀ ਹੈਗੀ ਆ, ਐਕਸੈਪਸ਼ਨ ਹੈਗੀ ਆ ਜਰਨਲ ਰੂਲ ਤੋਂ। ਤਾਂ ਮੇਰਾ ਰੂਲ ਕੀ ਹੈ ਕਿ ਸਾਇੰਟਿਫਿਕ ਡਿਸਕਵਰੀ ਕਿੱਦਾਂ ਹੋ ਰਹੀ ਹੈ, ਟਰਾਇਲ ਐਂਡ ਐਰਰ ਮੈਥਡ ਨਾਲ। ਠੀਕ ਆ, ਤਾਂ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਜੌਨ ਨਿਕਲਸਨ। ਹੁਣ ਦੇਖੋ ਆ ਉਹ ਪਰਸਨ ਆ ਗਿਆ ਆਪਣਾ, ਹਨਾ। ਇਹ ਫਿਲ ਇਨ ਦਾ ਬਲੈਂਕ ਦਾ ਵੀ ਆਨਸਰ ਦਊਗਾ ਆਪਾਂ ਨੂੰ। ਇਜ਼ ਐਨ ਐਗਜ਼ਾਮਪਲ ਆਫ ਅ ਪਰਸਨ ਹੂਜ਼ ਆਈਡੀਆ ਡੈਸ਼। ਉਹ ਇੱਕ ਕਿਸੇ ਪਰਸਨ, ਜੌਨ ਨਿਕਲਸਨ ਆਪਣਾ ਉਹ ਐਗਜ਼ਾਮਪਲ ਹੈਗੀ ਆ ਜਿਹੜਾ ਪਰਸਨ ਨੇ ਕੀ ਕੀਤਾ। ਹੁਣ ਆਪਾਂ ਦੇਖਣਾ ਹੈਗਾ ਕਿ ਉਹਨੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਕੀਤੀ ਹੈਗੀ ਆ। ਠੀਕ ਆ, ਤਾਂ ਆਪਾਂ ਨੈਕਸਟ ਪੈਰਾਗ੍ਰਾਫ 'ਚ ਮੂਵ ਕਰਦੇ ਹਾਂ। ਉਹ ਕਹਿੰਦੇ ਕੰਸੀਡਰ
an unheralded idea. Scientist John Nicholson, a mathematical physicist working in 1910s, who postulated the existence of proto elements. ਤਾਂ ਮਤਲਬ ਜੌਨ ਨਿਕਲਸਨ ਕੋਈ ਸਾਇੰਟਿਸਟ ਸੀ ਜਿਹਨੇ ਕਾਹਦੀ ਐਗਜ਼ਿਸਟੈਂਸ ਬਾਰੇ ਗੱਲ ਕਹੀ ਹੈਗੀ ਆ, ਪ੍ਰੋਟੋ ਐਲੀਮੈਂਟਸ ਦੀ। By combining different number of weights to proto elements atoms, Nicholson could recover the weight of all elements in the well known periodic table. ਤਾਂ basically ਇਹਨੇ ਕਿਹਾ ਸੀ ਕਿ ਕੋਈ proto elements ਹੁੰਦੇ ਆ ਤੇ ਉਹਨਾਂ ਦੇ weight ਨੂੰ ਇਹਨੇ ਐਡ ਕੀਤਾ ਸੀ ਮਤਲਬ atomic mass ਦੇ ਵਿੱਚ ਤੇ total weight ਕੱਢਿਆ ਸੀਗਾ periodic table 'ਚ, ਠੀਕ ਆ। These successes are the more noteworthy given the fact that Nicholson was wrong about the presence of proto element. ਤਾਂ ਇਹ ਬੰਦਾ ਕਹਿੰਦਾ ਕਿ ਜਿਹੜਾ ਹੈਗਾ ਨਿਊਕਲੀਅਸ ਹੈ ਉਹਦੇ ਚ ਪ੍ਰੋਟੋ ਐਲੀਮੈਂਟ ਨਾਮ ਦੇ ਕੋਈ ਚੀਜ਼ ਹੁੰਦੀ ਹੈ ਜਿਨ੍ਹਾਂ ਦਾ weight ਇਹਨੇ ਐਡ ਕਰਕੇ ਕਿਸੇ ਐਲੀਮੈਂਟ ਦਾ ਟੋਟਲ weight ਕਾਊਂਟ ਕੀਤਾ ਸੀ। ਬਟ ਇੱਥੇ ਕੀ ਕਿਹਾ, ਉਹਦੀ ਸਾਰੀ ਦੀ ਸਾਰੀ ਰਿਸਰਚ ਕੀ ਸੀ, ਗਲਤ ਸੀ, ਇਦਾਂ ਦਾ ਤਾਂ ਕੁਝ ਹੋਇਆ ਹੀ ਨਹੀਂ ਆ, ਠੀਕ ਆ। ਤਾਂ ਦੇ ਡੂ ਨਾਟ ਐਕਚੁਅਲੀ ਐਗਜ਼ਿਸਟ ਯੈਟ, ਪਰ ਫਿਰ ਵੀ ਯੈਟ amid his often fanciful theories and wild speculations ਕੀ ਹੁੰਦਾ, ਅੰਦਾਜ਼ੇ ਲਾਉਣੇ। ਉਹ ਬੰਦੇ ਨੇ ਬੜੇ ਵੱਡੇ ਅੰਦਾਜ਼ੇ ਲਾਏ ਸੀ, ਠੀਕ ਆ, ਕਾਹਦੇ, ਪ੍ਰੋਟੋ ਐਲੀਮੈਂਟਸ ਦੇ। Nicholson also proposed a novel theory about the structure of atom. Neil Bohr, the Nobel Prize winning father of modern atomic theory, ਤਾਂ ਉਸ ਤੋਂ ਬਾਅਦ ਨਿਕਲਸਨ ਤੋਂ ਬਾਅਦ ਕਿਹਦੀ ਗੱਲ ਕਰ ਰਹੇ ਹਾਂ ਆਪਾਂ, ਨੀਲ ਬੋਹਰ ਦੀ, ਜਿਹੜਾ ਕਿ ਆਪਾਂ ਨੂੰ ਪਤਾ ਹੈਗਾ ਕਿ ਸਾਡਾ atomic theory ਦਾ father ਹੈਗਾ, jumped off from this interesting idea to convince his now famous model of atom. ਤਾਂ ਜਦੋਂ ਜਿਹੜਾ ਹੈਗਾ ਬੋਹਰ ਨੇ ਉਹਦੇ ਪ੍ਰੋਟੋ ਐਲੀਮੈਂਟਸ ਬਾਰੇ ਸੁਣਿਆ ਹਨਾ, ਉਸ ਤੋਂ ਬਾਅਦ ਬੋਹਰ ਨੂੰ ਇਨਸਪੀਰੇਸ਼ਨ ਮਿਲੀ ਕਿ ਮੈਂ ਦੱਸਦਾ ਤੁਹਾਨੂੰ ਕੀ ਹੁੰਦਾ ਹੈ ਐਟਮ ਹਨਾ। ਤਾਂ ਉਹਨੇ ਕੀ ਸਾਨੂੰ ਦੱਸਿਆ, ਉਹਨੇ ਸਾਨੂੰ ਐਟਮ ਦੀ ਸਟਰਕਚਰ ਦੱਸੀ। ਤਾਂ ਬੇਸਿਕਲੀ ਇਨਸਪੀਰੇਸ਼ਨ ਕਿੱਧਰੋਂ ਆਈ ਸੀਗੀ, ਨਿਕਲਸਨ ਤੋਂ। ਤਾਂ ਆਪਾਂ ਦੇਖਦੇ ਹੈਗੇ ਆ ਕਿ ਪਹਿਲਾਂ ਆਪਾਂ ਟਰੂ ਫਾਲਸ ਦੇਖਦੇ ਹਾਂ, ਤੁਹਾਡਾ ਟਰੂ ਫਾਲਸ ਕੀ ਕਹਿੰਦਾ। ਉਹ ਕਹਿੰਦਾ ਜੌਨ ਨਿਕਲਸਨ ਇਜ਼ ਐਨ ਐਗਜ਼ਾਮਪਲ ਆਫ ਅ ਪਰਸਨ whose idea was wrong, ਹਨਾ। ਦੇਖੋ ਨਿਕਲਸਨ ਦਾ ਆਈਡੀਆ ਰੋਂਗ ਸੀਗਾ ਬਟ ਹੀ ਇੰਸਪਾਇਰਡ ਟੂ ਬੋਹਰ। ਤਾਂ ਆਪਾਂ ਇਹਨਾਂ ਚੋਂ ਦੋਨਾਂ ਚੋਂ ਕੋਈ ਆਨਸਰ ਹੋਊਗਾ ਵੀ ਜਿਹਦਾ ਗਲਤ ਸੀ ਅੰਦਾਜ਼ਾ ਜਾਂ ਫਿਰ ਜਿਹਨੇ ਬੋਹਰ ਨੂੰ ਕੀ ਕੀਤਾ, ਇੰਸਪਾਇਰ ਕੀਤਾ। ਦੇਖਦੇ ਆ ਕੀ ਕਹਿੰਦੇ ਆ। established his reputation as an influential scientist, ਥਿਊਰੀ ਗਲਤ ਸੀਗੀ, ਇਨਫਲੂਐਂਸ਼ੀਅਲ ਕਾਹਦਾ ਹੋਇਆ ਉਹ, ਠੀਕ ਹੈ, ਸਾਰੀ ਦੀ ਸਾਰੀ ਉਹਦੀ ਥਿਊਰੀ ਗਲਤ ਸੀ ਤਾਂ ਕੋਈ ਇਨਫਲੂਐਂਸ਼ੀਅਲ ਸਾਇੰਟਿਸਟ ਨਹੀਂ ਹੈਗਾ ਸੀ, ਨਹੀਂ ਹੈਗਾ ਜੀ। was only fully understood at later point in history, later point in history ਦੀ ਗੱਲ ਨਹੀਂ ਕੀਤੀ, ਨਹੀਂ ਜੀ, ਠੀਕ ਹੈ। laid the foundation for someone else's breakthrough, foundation ਮਤਲਬ ਬੇਸ ਬਣਾਤਾ। ਨਿਕਲਸਨ ਦੇ ਆਈਡੀਆ ਨੇ ਕਾਹਦੇ ਵਾਸਤੇ ਬੇਸ ਬਣਾਤਾ, ਬੋਹਰ ਵਾਸਤੇ ਬੇਸ ਬਣਾਤਾ, ਜਿਹਦੇ ਕਰਕੇ ਉਹਨੇ ਐਟਮ ਦਾ ਮਾਡਲ ਦਿੱਤਾ। ਤਾਂ ਬੇਸਿਕਲੀ ਆ ਵਾਲੀ laid the foundation, ਬੇਸ ਬਣਾਤਾ ਹਨਾ। ਇਨੀਸ਼ੀਅਲੀ ਮੈਟ ਦਾ ਸਕੈਪਟਿਸਿਜ਼ਮ ਫॉर ਦਾ ਸਾਇੰਟਿਫਿਕ ਕਮਿਊਨਿਟੀ, ਨਹੀਂ ਉਹਦਾ ਤਾਂ ਥਿਊਰੀ ਗਲਤ ਸੀਗੀ। ਸਕੈਪਟਿਸਿਜ਼ਮ ਕੀ ਹੋ ਗਿਆ, ਕ੍ਰਿਟਿਸਿਜ਼ਮ, ਲੋਕਾਂ ਨੇ ਉਹਨੂੰ ਕ੍ਰਿਟਿਸਾਈਜ਼ ਕੀਤਾ। ਇਹ ਆਪਾਂ ਗੱਲ ਕਿਤੇ ਨਹੀਂ ਕੀਤੀ ਵੀ ਲੋਕਾਂ ਨੇ ਉਹਨੂੰ ਕ੍ਰਿਟਿਸਾਈਜ਼ ਕੀਤਾ, ਲੋਕਾਂ ਨੇ ਉਹਨੂੰ ਸਲਾਇਆ, ਲੋਕਾਂ ਨੇ ਉਹਨੂੰ ਸਿਰ ਤੇ ਬਿਠਾ ਲਿਆ, ਕੁਛ ਨਹੀਂ। ਆਪਾਂ ਸਿੰਪਲ ਕਿਹਾ ਉਹਨੇ ਇੱਕ ਥਿਊਰੀ ਦਿੱਤੀ ਸੀ ਪ੍ਰੋਟੋ ਐਲੀਮੈਂਟਸ ਦੀ ਜਿਹੜੀ ਕਿ ਗਲਤ ਸੀ, ਤੇ ਉਸ ਤੋਂ ਬਾਅਦ ਬੋਹਰ ਨੂੰ ਆਈਡੀਆ ਆਇਆ ਤੇ ਬੋਹਰ ਨੇ ਆਪਦਾ ਅਟੋਮਿਕ ਸਟਰਕਚਰ ਦੇਤੀ। ਤਾਂ ਆਪਣੇ ਕੋਲੇ ਉਹਨੇ ਕੀ ਕੀਤੀ, ਲੇਡ ਕੀਤੀ ਫਾਊਂਡੇਸ਼ਨ ਬਣਾਤੀ for someone else ਕੌਣ ਹੈ ਇੱਥੇ, ਬੋਹਰ ਦੀ ਗੱਲ ਕਰ ਰਹੇ ਹਾਂ, ਬੋਹਰ ਦੇ ਵਰਕ ਵਾਸਤੇ ਉਹਨੇ ਫਾਊਂਡੇਸ਼ਨ ਬਣਾਤੀ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਚੱਲਦੇ ਹੈਗੇ ਆ ਫਿਲ ਇਨ ਦਾ ਬਲੈਂਕ ਦੇ ਵਿੱਚ। ਆਹੀ ਵਰਡ ਆਇਆ ਸੀ ਨਾ ਆਪਣੇ ਕੋਲੇ ਨਿਕਲਸਨ, ਇਸੇ ਪੇਜ ਤੇ ਹੈ। ਤਾਂ ਆਪਣੇ ਕੋਲੇ ਕੀ ਕਹਿੰਦੇ, ਐਡਵਾਂਸਿਸ ਆਰ ਮੋਰ ਲਾਈਕਲੀ ਟੂ ਬੀ ਰਿਜ਼ਲਟ ਆਫ ਲੌਂਗਰ ਪ੍ਰੋਸੈਸ, ਇਨ ਸਮ ਕੇਸਿਸ ਦਿਸ ਪ੍ਰੋਸੈਸ ਇਨਵੋਲਵਸ। ਹੁਣ ਦੇਖੋ ਨਿਕਲਸਨ ਨੇ ਕੀ ਕੀਤੀ ਹੈ, ਗਲਤੀ ਕੀਤੀ ਹੈ ਹਨਾ। ਇਨਵੋਲਵਸ ਡੈਸ਼ ਸਚ ਐਸ ਨਿਕਲਸਨਸ ਥਿਊਰੀ ਅਬਾਊਟ ਪ੍ਰੋਟੋ ਐਲੀਮੈਂਟਸ। ਤਾਂ ਨਿਕਲਸਨ ਦੀ ਥਿਊਰੀ ਪ੍ਰੋਟੋ ਐਲੀਮੈਂਟਸ ਦੇ ਬਾਰੇ ਕੀ ਸੀਗੀ, ਗਲਤ ਸੀਗੀ ਹਨਾ। ਤਾਂ ਗਲਤ ਵਾਲਾ ਕੋਈ ਸ਼ਬਦ ਦੇਖੋ ਇੱਥੋਂ ਜਿਹੜਾ ਤੁਸੀਂ ਫਿੱਟ ਕਰ ਸਕਦੇ ਹੋ। ਇਨਵੈਂਸ਼ਨ ਨਹੀਂ ਫਿੱਟ ਹੋ ਸਕਦਾ। ਮਿਸਟੇਕਸ, ਹਾਂਜੀ ਮਿਸਟੇਕ ਕੀ ਹੋ ਗਿਆ, ਗਲਤੀ ਹੋ ਗਈ। ਤਾਂ ਗਲਤੀ ਕਿਹਨੇ ਕੀਤੀ ਸੀਗੀ, ਨਿਕਲਸਨ ਨੇ ਗਲਤੀ ਕੀਤੀ ਸੀ। ਤਾਂ ਅਗਰ ਨਿਕਲਸਨ ਨੇ ਗਲਤੀ ਕੀਤੀ ਸੀ ਤਾਂ ਇਹਦੇ ਵਿੱਚ ਆਪਣੇ ਕੋਲ ਆਨਸਰ ਜਿਹੜੀ ਹੈਗੀ ਆ ਮਿਸਟੇਕ, ਹਾਂਜੀ ਇਨ ਸਮ ਕੇਸਿਸ ਦਾ ਪ੍ਰੋਸੈਸ ਇਨਵੋਲਵਸ ਮਿਸਟੇਕਸ। ਤਾਂ ਪ੍ਰੋਸੈਸ ਕੀ ਇਨਵੋਲਵ ਕਰਦਾ, ਮਿਸਟੇਕ ਇਨਵੋਲਵ ਕਰਦਾ ਆ, ਸਚ ਐਸ ਨਿਕਲਸਨਸ ਥਿਊਰੀ ਅਬਾਊਟ ਪ੍ਰੋਟੋ ਐਲੀਮੈਂਟਸ ਜਿਹੜੀ ਕਿ ਗਲਤ ਸੀਗੀ। ਅਦਰ ਸਿੰਪਲ ਨੈਸੈਸਿਟੀ ਮੇ ਪ੍ਰਵੋਕ ਇਨੋਵੇਸ਼ਨ ਸਚ ਐਸ, ਹੁਣ ਦੇਖੋ
ਵੈਨਸਟ੍ਰੌਪਸ ਡਿਸੀਜਨ, ਤਾਂ ਹੁਣ ਆਪਾਂ ਵੈਨਸਟ੍ਰੌਪਸ ਦੇ ਡਿਸੀਜਨ ਦੀ ਗੱਲ ਕਰਨੀ ਹੈਗੀ ਆ ਕਿ ਉਹ ਕੀ ਕਹਿੰਦਾ ਹੈਗਾ, ਉਹਦਾ ਡਿਸੀਜਨ ਕਾਦੇ ਬਾਰੇ ਦੇ ਵਿੱਚ ਸੀਗਾ। ਠੀਕ ਹੈ, ਤਾਂ ਆਪਣੇ ਕੋਲੇ ਨਿਕਲਸਨ ਦੀ ਥਿਊਰੀ ਗਲਤ ਹੋ ਗਈ, ਤਾਂ ਆਪਣੇ ਕੋਲੇ ਡੀ ਆਪਸ਼ਨ ਆ ਗਈ। ਅੱਗੇ ਮੂਵ ਕਰਦੇ ਹਾਂ। ਉਸ ਤੋਂ ਬਾਅਦ ਉਹ ਕਹਿੰਦੇ what are we to make of this story, ਉਹ ਕਹਿੰਦੇ ਕਿ ਆਪਾਂ ਇਸ ਸਟੋਰੀ ਤੋਂ ਕੀ ਗੱਲ ਸਮਝੀਏ। what are to make from this story, one might simply conclude that science is a collective and cumulative enterprise। collective and cumulative enterprise ਦਾ ਮਤਲਬ ਇੱਥੇ ਕਹਿਣਾ ਕੀ ਚਾਹੁੰਦੇ ਆ ਕਿ ਸਾਇੰਸ ਜਿਹੜੀ ਹੈਗੀ ਆ ਉਹ ਇੱਕ ਬੰਦਾ ਨਹੀਂ ਕਰ ਸਕਦਾ। it needs a number of people to make scientific discoveries। that may be true, but there may be deeper insight to be gleaned। we purpose that science is constantly evolving। science ਜਿਹੜੀ ਹੈਗੀ ਆ ਲਗਾਤਾਰ evolve ਹੋ ਰਹੀ ਹੈ, ਮਤਲਬ ਲਗਾਤਾਰ progress ਕਰ ਰਹੀ ਹੈ। much as a species of animals do in the biological system, organism may display new characteristics। ਤਾਂ ਸਾਨੂੰ ਪਤਾ ਆ ਕਿ ਜੇਕਰ ਆਪਾਂ ਜਿਹੜਾ ਹੈਗਾ biological systems ਦੀ ਗੱਲ ਕਰੀਏ ਤਾਂ ਉਹ continuously evolve ਹੋ ਰਿਹਾ with time। ਤਾਂ ਉਹ ਕਹਿੰਦੇ ਉਹਦੇ ਨਾਲ compare ਕੀਤਾ ਹੈ in biological systems organisms may display new characteristics that result from random genetic mutations। ਕਿਸੇ ਇੱਕ species ਦੇ ਵਿੱਚ ਕੁਛ ਜੀਵਾਂ ਦੇ ਵਿੱਚ mutation ਆ ਗਿਆ ਤਾਂ ਉਹਦੇ ਨਾਲ ਕੀ ਹੋਇਆ, evolution ਹੋ ਗਈ ਉਹਨਾਂ ਦੀ। in the same way random arbitrary or accidental mutations of ideas may help to pave the way of advances in science। ਤਾਂ ਕਹਿਣਾ ਕੀ ਚਾਹੁੰਦੇ ਆ, ਉਹ ਕਹਿੰਦੇ ਜਿੱਦਾਂ ਐਨੀਮਲ ਕਿੰਗਡਮ ਜਾਂ ਆਪਾਂ ਜਦੋਂ ਬਾਇਓਲੋਜੀਕਲ ਸਿਸਟਮਸ ਦੀ ਗੱਲ ਕਰੀਏ ਤਾਂ ਜਿਵੇਂ ਇੱਕ ਮਿਊਟੇਸ਼ਨ ਕੀ ਹੋ ਗਿਆ, ਇੱਕ ਤਰ੍ਹਾਂ ਦੀ ਗੜਬੜ। ਠੀਕ ਹੈ, ਜਿਵੇਂ ਮਿਊਟੇਸ਼ਨ ਦੇ ਨਾਲ ਨਵੇਂ ਜੀਵ ਐਵੋਲਿਊਸ਼ਨ ਹੁੰਦੀ ਰਹਿੰਦੀ ਹੈ, ਨਵੇਂ ਜੀਵਾਂ ਦਾ ਆਪਾਂ ਕੀ ਕਹਾਂਗੇ ਐਵੋਲਿਊਸ਼ਨ ਨੂੰ, ਵਿਕਾਸ। ਠੀਕ ਹੈ, ਜਿਵੇਂ ਜਿਵੇਂ ਨਵੇਂ ਜੀਵਾਂ ਦਾ ਵਿਕਾਸ ਹੁੰਦਾ ਰਹਿੰਦਾ ਗਲਤੀਆਂ ਨਾਲ, ਮਿਊਟੇਸ਼ਨ ਦੇ ਨਾਲ, ਉਸੇ ਤਰ੍ਹਾਂ ਜਦੋਂ ਆਪਾਂ ਸਾਇੰਟਿਫਿਕ ਕਮਿਊਨਿਟੀ ਦੀ ਗੱਲ ਕਰਦੇ ਹਾਂ ਉਹਦੇ 'ਚ ਵੀ ਗਲਤੀਆਂ ਨਾਲ ਅਸੀਂ ਅੱਗੇ ਵਧਦੇ ਹਾਂ। ਹੁਣ ਮਤਲਬ ਉਹ ਕੋਈ ਇੱਦਾਂ ਦੀ ਐਗਜ਼ਾਮਪਲ ਦਊਗਾ ਜਿੱਥੇ ਕੋਈ ਗਲਤੀ ਹੋਈ ਸੀ ਤੇ ਗਲਤੀ ਤੋਂ ਸਾਡੀ ਕੋਈ ਇਨਵੈਂਸ਼ਨ ਹੋ ਗਈ। ਠੀਕ ਹੈ, ਤਾਂ ਹੁਣ ਕੀ ਕਹਿ ਰਹੇ ਆ, if mutations prove beneficial then animals in the scientific theory will continue to thrive and perhaps reproduce। ਉਹ ਕਹਿੰਦੇ ਵੀ ਇਦਾਂ ਦੀਆਂ ਗਲਤੀਆਂ ਅਗਰ ਫਿਊਚਰ 'ਚ ਵੀ ਹੁੰਦੀਆਂ ਗਈਆਂ ਤਾਂ ਸਾਇੰਟਿਫਿਕ ਕਮਿਊਨਿਟੀ ਥਰਾਈਵ ਕਰੂਗੀ, ਮਤਲਬ ਅਸੀਂ ਹੋਰ ਸਾਇੰਟਿਫਿਕ ਡਿਸਕਵਰੀਜ਼ ਕਰਾਂਗੇ। ਠੀਕ ਆ, ਉਹ ਕਹਿੰਦੇ ਸਪੋਰਟ ਫॉर ਦਿਸ ਐਵੋਲਿਊਸ਼ਨ, ਇਸ ਐਵੋਲਿਊਸ਼ਨ ਵਾਸਤੇ ਜਿਹੜਾ ਸਪੋਰਟ ਹੈਗਾ ਉਹ ਕਿੱਥੋਂ ਆ ਰਿਹਾ। Support for this evolutionary view of behavioral innovation come from many domains। Consider one example of influential innovation in US horse racing। ਤਾਂ ਹੁਣ ਆਪਾਂ US horse racing ਦੇ ਵਿੱਚ ਕੋਈ innovation ਹੋਈ ਹੈ ਜਿਹੜੀ ਕਾਹਦੇ ਨਾਲ ਹੋਈ ਹੈ, by chance। ਠੀਕ ਹੈ, ਕਿਉਂ, ਕਿਉਂਕਿ ਹੁਣੇ ਉਹਨਾਂ ਨੇ ਕਿਹਾ ਮਿਊਟੇਸ਼ਨਸ ਤੋਂ ਇਨੋਵੇਸ਼ਨ ਹੋਊਗੀ। ਮਿਊਟੇਸ਼ਨ ਕੀ ਆ, ਕੋਈ ਚੀਜ਼ ਬਾਈ ਚਾਂਸ ਬਾਈ ਲੱਕ ਹੋਗੀ। ਠੀਕ ਹੈ, the so called aciduous stirrup placement in which the rider's foot of his left stirrup is placed as much as 25 centimeters lower than right stirrup। ਕੀ ਹੋ ਗਿਆ, ਜਦੋਂ ਘੋੜੇ ਤੇ ਬੈਠਦੇ ਆ ਜਿੱਥੇ ਆਪਾਂ ਪੈਰ ਰੱਖਦੇ ਆ, ਉਹ ਕਹਿੰਦੇ ਕਿ ਲੈਫਟ ਵਾਲਾ ਰਾਈਟ ਵਾਲੇ ਨੂੰ 25 ਸੈਂਟੀਮੀਟਰ ਕੀ ਰੱਖਿਆ ਹੈਗਾ ਇਹਨਾਂ ਨੇ, ਉੱਪਰ ਥੱਲੇ, ਮਤਲਬ 25 ਸੈਂਟੀਮੀਟਰ ਦਾ ਉਹਨਾਂ ਦਾ ਫਰਕ ਪਾਇਆ ਆ। is believed to confer important speed advantage। ਤਾਂ ਇਹਨੂੰ ਇੱਕ ਪੈਰ ਉੱਪਰ ਕਰਨਾ ਇੱਕ ਥੱਲੇ ਕਰਨਾ ਸਪੀਡ ਦੇ ਵਿੱਚ ਵਾਧਾ ਆਉਂਦਾ ਹੈ। turning to oval tracks it was developed by a relatively unknown jockey named as, ਆਹ ਵਾਲਾ ਨਾਮ ਆਪਾਂ ਪੜ੍ਹ ਚੁੱਕੇ ਹਾਂ ਕਿੱਥੇ, fill in the blanks ਦੇ ਵਿੱਚ। ਆਹ ਬੰਦੇ ਨੇ ਇਸ ਚੀਜ਼ ਨੂੰ ਇਨਵੈਂਟ ਕੀਤਾ ਸੀ, ਕਿਉਂ, had Westrop conducted methodological investigation or examined extensive film records in Strude plan to outrun his rivals। ਉਹ ਕਹਿੰਦੇ ਵੀ ਕੀ ਇਹ ਬੰਦੇ ਨੇ ਬੜੇ ਸਾਇੰਟਿਫਿਕ ਜਿਹੜੇ ਹੈਗੇ ਆ, ਆਪਾਂ ਕਹੀਏ ਕਿ ਬੜੇ ਸਾਇੰਟਿਫਿਕ ਐਕਸਪੈਰੀਮੈਂਟ ਕੀਤੇ ਸੀ ਇਸ ਚੀਜ਼ ਨੂੰ ਡਿਵੈਲਪ ਕਰਨ ਵਾਸਤੇ। ਉਹ ਕਹਿੰਦੇ had he foreseen the speed advantages that would be conferred by riding aciduous? No, he suffered a leg injury which left him unable to fully bend his left knee। his modification, ਉਹਨੇ ਜਿਹੜੀ modification ਕੀਤੀ, ਮਤਲਬ ਬੇਸਿਕਲੀ ਕੀ ਹੋਇਆ, ਉਹ ਬੰਦੇ ਦਾ ਇੱਕ ਪੈਰ ਖਰਾਬ ਸੀ, ਉਹਨੇ ਲੈਗ ਇੰਜਰੀ ਹੋ ਗਈ। ਲੈਗ ਇੰਜਰੀ ਦੇ ਚੱਕਰ 'ਚ ਉਹਨੇ ਕੀ ਕੀਤਾ, ਇੱਕ ਸਾਈਡ ਉੱਪਰ ਕਰ ਲਈ ਆਪਦੇ ਪੈਰ, ਮਤਲਬ ਜਿੱਥੇ ਪੈਰ ਰੱਖਦਾ ਹੈ, ਕਿਉਂਕਿ ਉਹਦੀ ਲੈਗ ਮੂਵ ਨਹੀਂ ਹੁੰਦੀ ਸੀ, ਦੂਸਰੀ ਸਾਈਡ ਨੀਚੇ ਰਹੇਗੀ। ਤਾਂ ਜਦੋਂ ਇੱਕ ਸਾਈਡ ਉੱਪਰ ਤੇ ਇੱਕ ਸਾਈਡ ਨੀਚੇ ਹੋਈ ਤਾਂ ਉਹਦੇ ਨਾਲ ਕੀ ਹੈ,
कि हॉर्स राइडिंग ਦੇ ਵਿੱਚ ਉਹਦੀ ਸਪੀਡ ਦੇ ਵਿੱਚ ਇੱਕ ਕੰਟੀਨਿਊਸ ਇੰਕਰੀਜ਼ ਦੇਖਿਆ ਗਿਆ ਤੇ ਆਹੀ ਗੱਲ ਇੱਥੇ ਇਹ ਡਿਸਕਸ਼ਨ ਕਰਨ ਦੇ ਆ ਠੀਕ ਆ। ਤਾਂ ਆਪਾਂ ਅੱਗੇ ਚੱਲਦੇ ਹਾਂ ਕੀ ਹੋਇਆ ਫਿਰ। ਹੁਣ ਦੇਖੋ ਆਪਾਂ ਇੱਥੇ ਦੇਖਦੇ ਹਾਂ ਵੈਸਟਰॉप decision to modify the position of his riding stirrups, ਉਹਦੀ ਜਿਹੜਾ decision ਸੀਗਾ ਕਿਹੜਾ ਉਹਦੇ ਰਾਈਡਿੰਗ ਸਟੀਰਅਪਸ ਨੂੰ ਮੋਡੀਫਾਈ ਕਰਨ ਵਾਲਾ। there is also often an element of dash, for example the coincidence of idea। ਤਾਂ ਹੁਣ ਇੱਥੇ ਕੀ ਹੋਇਆ ਸੀ, ਉਹ ਬੰਦੇ ਦਾ ਇੱਕ ਪੈਰ ਖਰਾਬ ਸੀ ਤਾਂ ਮਤਲਬ ਕਿ ਕੋਇਨਸੀਡੈਂਸ ਹੋਇਆ ਸੀ ਇੱਕ ਤਰ੍ਹਾਂ ਦਾ। ਤਾਂ ਕੋਇਨਸੀਡੈਂਸ ਦੇ ਨਾਲ ਦਾ ਕੋਈ ਆਪਾਂ ਵਰਡ ਦੇਖਣਾ ਹੈਗਾ। ਇਨਵੈਂਸ਼ਨ ਕੋਇਨਸੀਡੈਂਸ ਦਾ ਸਿਨੋਨਿਮ ਹੈ ਨਹੀਂ, ਮਿਸਟੇਕ ਹੈਗਾ ਨਹੀਂ, ਐਕਸਪੈਰੀਮੈਂਟ ਹੈਗਾ ਨਹੀਂ, ਗੋਲ ਹੈਗਾ ਨਹੀਂ, ਲੱਕ। ਤਾਂ ਇੱਥੇ ਉਹ ਬੰਦੇ ਦੇ ਕਿਹਨੇ ਕੰਮ ਕੀਤਾ ਹੈਗਾ, ਲੱਕ ਨੇ ਕੰਮ ਕੀਤਾ। ਲੱਕ ਨੇ ਕੰਮ ਕਿਵੇਂ ਕੀਤਾ, ਉਹਦੀ ਇੱਕ ਲੱਤ ਖਰਾਬ ਸੀ ਠੀਕ ਆ। ਐਵਰੀਥਿੰਗ ਹੈਪਨਸ ਫॉर ਅ ਰੀਜ਼ਨ ਠੀਕ ਹੈ। ਅੱਗੇ ਚੱਲਦੇ ਹਾਂ। ਕੋਇਨਸੀਡੈਂਸ ਦੈਟ ਲੈਡ ਟੂ ਦ ਇਨਵੈਂਸ਼ਨ ਆਫ ਪੋਸਟ ਇਟ ਨੋਟ ਨਹੀਂ ਆਪਾਂ ਅੱਗੇ ਚੱਲ ਗਏ ਹਾਂ ਠੀਕ ਹੈ ਇੱਥੋਂ ਤੱਕ। with both law of natural selection and law of the effect। ਹੁਣ ਦੇਖੋ ਆਪਾਂ ਕਿੱਥੇ ਜਾ ਰਹੇ ਹਾਂ, natural selection and law of effect ਤੇ ਠੀਕ ਹੈ ਜੀ। ਨੈਚੁਰਲ ਸਿਲੈਕਸ਼ਨ ਜਾਂ ਲਾਅ ਆਫ ਇਫੈਕਟ ਦੀ ਗੱਲ ਕਰਨੀ ਆ, ਇਹ ਆਪਣੇ ਕੀਵਰਡਸ ਨੇ। ਤੇ ਫਿਰ ਇਸ ਤੋਂ ਪਹਿਲਾਂ ਆਪਾਂ ਕਿੱਥੇ ਪਹੁੰਚੇ ਸੀ ਅਗਲੇ ਪੈਰੇ ਤੇ, ਟਰੂ ਫਾਲਸ ਵੀ ਹੈਗੇ ਆ। ਓ ਮਾਈ ਗॉड ਇਹਨੂੰ ਤਾਂ ਭੁੱਲ ਹੀ ਗਏ। ਇਹ ਕੀ ਕਹਿੰਦੇ ਹੈਗੇ ਆ, ਐਕਨੋਲੋਜਿੰਗ ਪੀਪਲ ਸੱਚ ਐਸ ਪਲੈਟੋ ਐਂਡ ਦਾ ਵਿੰਚੀ। ਤਾਂ ਹਲੇ ਤੱਕ ਆਪਾਂ ਇਹਨਾਂ ਤੇ ਆਏ ਨਹੀਂ ਹੈਗੇ, ਪਲੈਟੋ ਤੇ ਦਾ ਵਿੰਚੀ ਤੇ ਤਾਂ ਕੋਈ ਚੱਕਰ ਨਹੀਂ ਹੈਗਾ, ਟਰੂ ਫਾਲਸ ਰਹਿ ਗਏ, ਕੋਈ ਨਾ ਦੇਖ ਲੈਂਦੇ ਇਹਨਾਂ ਨੂੰ ਵੀ ਆਪਾਂ ਠੀਕ ਹੈ। ਹਾਂਜੀ ਇਹਦੇ 'ਚ ਦੇਖੋ ਉਹ ਕਹਿੰਦੇ ਕਿ ਕਿਹੜਾ ਕੀ ਪੁਆਇੰਟ ਹੈਗਾ ਜਿਹੜਾ ਇੰਟਰਸਟ ਹੈਗਾ ਅਬਾਊਟ ਦਾ ਈਸੀ ਡੂਸੀ ਸਟੀਰਅਪ ਪਲੇਸਮੈਂਟ। ਉਹ ਕਹਿੰਦੇ ਦ ਸਿੰਪਲ ਰੀਜ਼ਨ ਵਾਈ ਇਟ ਵਾਸ ਇਨਵੈਂਟਡ, ਦ ਐਂਥੋਜ਼ੀਆਜ਼ਮ ਵਿਦ ਵਿਚ ਇਟ ਵਾਸ ਅਡਾਪਟਡ, ਦ ਰਿਸਰਚ। ਹੁਣ ਦੇਖੋ ਰਿਸਰਚ ਵਾਲੀ ਤਾਂ ਗੱਲ ਹੀ ਨਹੀਂ ਕੀਤੀ ਠੀਕ ਹੈ। ਦ ਕਲੈਵਰਨੈਸ ਆਫ ਦ ਪਰਸਨ ਹੂ ਫਸਟ ਯੂਜ਼ਡ ਇਟ। ਹੁਣ ਦੇਖੋ ਕਿ ਇਹ ਉਹਦਾ ਕਲੈਵਰ ਆਈਡੀਆ ਸੀ ਕਿ ਉਹਨੇ ਬੜਾ ਦਿਮਾਗ ਚਲਾ ਕੇ ਇਸ ਚੀਜ਼ ਨੂੰ ਜਿਹੜਾ ਹੈਗਾ ਕੀਤਾ ਹੈਗਾ ਕਿ ਮੈਂ ਜਿਹੜਾ ਹੈਗਾ ਇਹ ਵਾਲੀ ਸਕੀਮ ਅਪਣਾਣੀ ਹੈਗੀ ਆ, ਨਹੀਂ ਹੈ ਨਾ, ਕਲੈਵਰ ਆਈਡੀਆ ਨਹੀਂ ਸੀਗਾ। ਦ ਐਂਥੋਜ਼ੀਆਜ਼ਮ ਵਿਚ ਵਿਦ ਇਟ ਵਾਸ ਅਡਾਪਟਡ ਨਹੀਂ। ਦ ਸਿੰਪਲ ਰੀਜ਼ਨ ਕੀ ਸੀ, ਉਹਦੀ ਲੱਤ ਖਰਾਬ ਸੀ। ਐਂਡ ਆਫ ਸਟੋਰੀ ਠੀਕ ਆ। ਤਾਂ ਆਪਣੇ ਕੋਲ ਆ ਡਨ ਹੋ ਗਏ। ਆਪਾਂ ਦਾ ਵਿੰਚੀ ਦਾ ਧਿਆਨ ਰੱਖਣਾ ਹੈਗਾ। ਓਕੇ ਹੈਪਨਡ ਟੂ ਕੋਇਨਸੀਡੈਂਸ ਦਾ ਵਰਡ ਆਪਾਂ ਕਰ ਲਿਆ ਹੈਗਾ ਲੱਕ। ਇਨਹੈਂਸ ਦਾ ਲੈਫਟ ਹੈਂਡ ਟਰਨਿੰਗ ਪਰਫਾਰਮੈਂਸ ਛੱਡ ਦੋ ਇਹਨੂੰ, ਇਸ ਤੋਂ ਬਾਅਦ ਆਪਾਂ ਨੂੰ ਇਹਦੇ ਚ ਕੁਝ ਨਹੀਂ ਮਿਲਣਾ। ਹੁਣ ਆਪਾਂ ਅੱਗੇ ਚੱਲਦੇ ਹਾਂ। ਜਾਂ ਤੇ ਆਪਣੇ ਕੋਲੇ ਜਿਹੜਾ ਹੈਗਾ ਆਪਾਂ ਵਰਡ ਗੱਲ ਕਰ ਰਹੇ ਸੀਗੇ, ਕੀ ਵਰਡ ਸੀਗਾ ਉਹ, ਕਿਹੜੀ ਸਕੀਮ ਦੀ ਗੱਲ ਕਰਨ ਦੇ ਸੀਗੇ ਆਪਾਂ, ਜਿਹੜਾ ਆਪਾਂ ਕਿਹਾ ਸੀਗਾ ਨੈਚੁਰਲ ਸਿਲੈਕਸ਼ਨ ਹੈ ਨਾ, ਨੈਚੁਰਲ ਸਿਲੈਕਸ਼ਨ ਦੀ ਗੱਲ ਕਰਾਂਗੇ ਜਾਂ ਫਿਰ ਪਲੈਟੋ ਤੇ ਦਾ ਵਿੰਚੀ ਦੀ ਗੱਲ ਕਰਾਂਗੇ। ਤਾਂ ਦੇਖਦੇ ਹਾਂ। plenty of stories show that fresh advances can arise from error, misadventure and also pure serendipity, a happy accident ठीक है। for example in early 1970s two employees of a company 3M each had a problem. Spencer Silver has a product glue which was only slightly sticky and no use, while his colleague Art Fry was trying to figure out how to affix a temporary bookmark to his hymn book without damaging his pages। ਦੋ ਬੰਦਿਆਂ ਦੀ ਗੱਲ ਕੀਤੀ ਹੈ, ਇੱਕ ਨੇ ਗਲੂ ਬਣਾਈ ਸੀ ਜਿਹੜੀ ਬੜੀ ਲਾਈਟਲੀ ਚਿਪਕਦੀ ਸੀ, ਦੂਜੇ ਬੰਦੇ ਨੂੰ ਇਦਾਂ ਦੀ ਕੋਈ ਚੀਜ਼ ਚਾਹੀਦੀ ਸੀ ਜਿਹੜੀ ਉਹਦੀ ਬੁੱਕ ਤੇ ਚਿਪਕੇ ਨਾ, ਤਾਂ ਕਿ ਉਹਦੀ ਬੁੱਕ ਦਾ ਪੇਜ ਖਰਾਬ ਨਾ ਹੋਵੇ। The solution both these problem was invention of brilliantly simple yet phenomenally successfully, phenomenal ਬਹੁਤ ਜ਼ਿਆਦਾ ਠੀਕ ਹੈ, ਸਿੰਪਲ ਸੀ ਪਰ ਬਹੁਤ ਜ਼ਿਆਦਾ ਸਕਸੈਸਫੁਲ post-it note ਦੀ ਗੱਲ ਕੀਤੀ ਹੈ। such examples give light to claim that ingenious designing minds are responsible। ਹੁਣ ਦੇਖੋ ਉਹ ਕਹਿੰਦੇ ਕਿ ਇਹ ਚੀਜ਼ ਨੇ ਇਸ ਗੱਲ ਨੂੰ opposition ਕਰਤਾ ਕਿ ਸਾਨੂੰ ਬੜੇ ਇੰਟੈਲੀਜੈਂਟ ਲੋਕ ਚਾਹੀਦੇ ਆ ਇਨੋਵੇਸ਼ਨ ਵਾਸਤੇ। ਨਹੀਂ, ਨਾਰਮਲ ਲੋਕ ਵੀ ਅਗਰ ਉਹਨਾਂ ਕੋਲੇ ਲੱਕ ਹੈਗਾ ਤਾਂ ਉਹ ਇਨੋਵੇਸ਼ਨ ਕਰ ਸਕਦੇ ਆ ਠੀਕ ਹੈ। responsible for human creativity and invention, far more banal and mechanical forces may। ਹੁਣ ਦੇਖੋ बहुत ज़्यादा बैनल ते मैकेनिकल फोर्सेस में बी एट वर्क, फोर्सेस दैट आर फंडामेंटली कनेक्टेड टू द लॉज ऑफ साइंस ठीक है। आगे पहुंच गए।
ਉਹ ਕਹਿੰਦੇ the notions of insight, creativity and genius are often evoked but they remain vague and doubtful scientific utility। ਉਹ ਕਹਿੰਦੇ ਕਿ ਜਿਹੜਾ ਹੈਗਾ ਜਿੱਦਾਂ ਦੇ ਨੋਸ਼ਨ ਹੈਗੇ ਆ, ਨੋਸ਼ਨ ਕੀ ਹੋ ਗਿਆ, ਅਜ਼ੰਪਸ਼ਨਸ, ਕਿੱਦਾਂ ਦੀਆਂ ਅਜ਼ੰਪਸ਼ਨਸ, ਇਨਸਾਈਟ, ਕ੍ਰੀਏਟਿਵਿਟੀ ਤੇ ਜੀਨੀਅਸ ਜਿਹੜੇ ਹੈਗੇ ਆ ਇਵੋਕ ਕੀਤੇ ਜਾਂਦੇ ਆ, ਜਗਾਏ ਜਾਂਦੇ ਆ, ਪਰ ਉਹ ਵੌਗ ਰਹਿੰਦੇ ਆ। ਵੌਗ ਮਤਲਬ ਕਿ ਉਹਨਾਂ ਨੂੰ ਕੋਈ ਜਾਣਦਾ ਨਹੀਂ ਹੈਗਾ। ਐਂਡ ਡਾਊਟਫੁਲ ਇਨ ਸਾਇੰਟਿਫਿਕ ਯੂਟਿਲਿਟੀ, ਯੂਟਿਲਿਟੀ ਕੀ ਹੋ ਗਿਆ, ਯੂਸੇਜ, ਹੈ ਨਾ। especially when one consider diverse and enduring contribution of individuals such as Plato, Leonardo da Vinci, Shakespeare, blah blah blah, ਨਾਮ ਦਿੱਤੇ ਆ until Edison। ਤਾਂ ਬੇਸਿਕਲੀ ਇਹਨਾਂ ਨੇ ਕੀ ਕਿਹਾ ਕਿ ਜਿਹੜਾ ਨੋਸ਼ਨ ਹੈਗਾ ਸਾਇੰਟਿਫਿਕ ਕ੍ਰੀਏਟਿਵਿਟੀ ਦਾ, ਕਿ ਉਹ ਜੀਨੀਅਸ ਜਿਹੜੇ ਹੈਗੇ ਆ ਆਫਨ ਇਵੋਕ ਕੀਤੇ ਜਾਂਦੇ ਆ ਤੇ ਵੌਗ ਰਹਿੰਦੇ ਆ ਡਾਊਟ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ, ਉਹਦੇ ਬਾਰੇ ਗੱਲ ਕੀਤੀ ਗਈ ਹੈਗੀ ਆ, ਠੀਕ ਆ। ਤਾਂ ਉਹ ਕਹਿੰਦੇ ਕਿ ਇਹਨਾਂ ਦੀ ਜਿਹੜੀ ਇਕਨੋਲੇਜਮੈਂਟ ਹੈਗੀ ਆ ਉਹ ਰਿਮੇਨ ਰਹਿੰਦੀ ਆ ਵੌਗ। ਵੌਗ ਮਤਲਬ ਕੀ ਹੋ ਗਿਆ, ਅਨਨੋਨ, ਹੈ ਨਾ, ਕੋਈ ਫੇਮਸ ਨਹੀਂ ਹੁੰਦੇ। ਐਂਡ ਆਫ ਡਾਊਟਫੁਲ ਸਾਇੰਟਿਫਿਕ ਯੂਟਿਲਿਟੀ। ਤਾਂ ਆਪਾਂ ਟਰੂ ਫਾਲਸ ਦੇ ਵਿੱਚ ਹੁਣ ਦੇਖੋ ਪਲੈਟੋ ਦੀ ਤੇ ਵਿੰਚੀ ਦੀ ਆਪਾਂ ਗੱਲ ਪੜ੍ਹੀ ਸੀ, ਤਾਂ ਪਹਿਲਾਂ ਟਰੂ ਫਾਲਸ ਪੜ੍ਹਦੇ ਹਾਂ ਕਿ ਕੀ ਕਹਿੰਦੇ ਆ ਉਹਦੇ 'ਚ। ਉਹ ਕਹਿੰਦੇ acknowledging people such as, acknowledging ਜਾਣਨਾ, people such as Plato, Da Vinci, genius will help us understand the process by which great minds can create new ideas। ਤਾਂ ਮਤਲਬ ਇਦਾਂ ਦੇ ਲੋਕਾਂ ਨੂੰ ਜੇ ਅਸੀਂ ਪੜਾਂਗੇ, ਸੁਣਾਂਗੇ, ਸਾਨੂੰ ਪਤਾ ਲੱਗੂਗਾ ਕਿਵੇਂ, ਹਨਾ। ਅੰਡਰਸਟੈਂਡ ਦਾ ਪ੍ਰੋਸੈਸ, ਸਾਨੂੰ ਉਹ ਪ੍ਰੋਸੈਸ ਦੀ ਸਮਝ ਆਊਗੀ, ਕਿਹੜੇ ਪ੍ਰੋਸੈਸ ਦੀ, ਬਾਏ ਵਿਚ ਗ੍ਰੇਟ ਮਾਈਂਡਸ ਕੈਨ ਕ੍ਰੀਏਟ ਨਿਊ ਆਈਡੀਆਜ਼, ਜਿਨ੍ਹਾਂ ਨੂੰ ਯੂਜ਼ ਕਰਕੇ ਇੰਟੈਲੀਜੈਂਟ ਲੋਕ ਨਵੇਂ ਆਈਡੀਆਜ਼ ਨੂੰ ਬਣਾਉਂਦੇ ਆ, ਠੀਕ ਹੈ। ਤਾਂ ਆਪਾਂ ਇਹਨਾਂ ਦੀਆਂ ਐਗਜ਼ਾਮਪਲਾਂ ਪੜ੍ਹਨੀਆਂ। ਉਸ ਤੋਂ ਬਾਅਦ ਕੀ ਕਹਿੰਦੇ, these notions, ਉਹ ਕਹਿੰਦੇ ਇਦਾਂ ਦੇ notions merely a label rather than explain। ਹੁਣ ਦੇਖੋ rather than explain ਕਰਨ ਦੀ ਬਜਾਏ, ਕਿਹੜੀ ਚੀਜ਼ explain ਕਰਨ ਦੀ ਬਜਾਏ, evolution of human innovation। ਤਾਂ we need another approach and there is promising candidate। ਇਦਾਂ ਦੇ ਲੋਕਾਂ ਨੂੰ ਪੜ੍ਹਨ ਵਾਸਤੇ, ਪੜ੍ਹਨ ਤੋਂ ਬਾਅਦ ਸਾਨੂੰ ਕੁਛ ਪਤਾ ਨਹੀਂ ਲੱਗਦਾ। ਆਹੀ ਕਿਹਾ, rather than explain the evolution of human innovation। ਤਾਂ ਇਦਾਂ ਦੇ ਲੋਕਾਂ ਬਾਰੇ ਪੜ੍ਹਨਾ, ਸੁਣਨਾ, ਜਾਣਨਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਦਿੰਦਾ। ਜਦ ਕਿ ਸਾਨੂੰ ਟਰੂ ਫਾਲਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਆ, ਸਾਨੂੰ ਅੰਡਰਸਟੈਂਡ ਕਰਦਾ ਆ, will help us, ਅੰਡਰਸਟੈਂਡ ਕਰਨ ਵਾਸਤੇ ਕਾਹਦਾ, ਪ੍ਰੋਸੈਸ ਨੂੰ। ਕੀ ਅੰਡਰਸਟੈਂਡ ਕਰਨ 'ਚ ਹੈਲਪ ਕਰਦਾ ਆ, ਨਹੀਂ ਕਰਦਾ, ਨੋ, ਠੀਕ ਹੈ। The law of effect was discovered at a time when psychologists were seeking a scientific reason why creativity occur। ਤਾਂ ਉਹ ਕਹਿੰਦੇ ਜਦੋਂ ਸਾਇੰਟਿਫਿਕ ਜਿਹੜੇ ਸਾਇੰਟਿਸਟ ਲੋਕ ਸੀਗੇ ਉਹ ਇਸ ਦਾ ਰੀਜ਼ਨ ਲੱਭ ਰਹੇ ਸੀ। ਕਾਹਦਾ ਰੀਜ਼ਨ ਲੱਭ ਰਹੇ ਸੀਗੇ, ਕ੍ਰੀਏਟਿਵਿਟੀ ਦਾ। ਉਸ ਟਾਈਮ ਲਾਅ ਆਫ ਇਫੈਕਟ ਨੂੰ ਡਿਸਕਵਰ ਕੀਤਾ ਗਿਆ ਸੀ। ਤਾਂ ਲਾਅ ਆਫ ਇਫੈਕਟ ਕੀ ਹੈ, ਸਾਡਾ ਕੀਵਰਡ ਹੈ, ਕਦੋਂ ਉਹਨੂੰ ਡਿਸਕਵਰ ਕੀਤਾ ਗਿਆ ਸੀ, ਹੈ ਨਾ, ਐਟ ਅ ਟਾਈਮ, ਠੀਕ ਹੈ। ਲਾਅ ਇਫੈਕਟ ਸਟੇਟ ਦੈਟ no planning is involved in the behavior of organisms। ਤਾਂ law of effect ਕੀ ਕਹਿ ਰਿਹਾ, ਕੋਈ ਵੀ planning ਨਹੀਂ ਚਾਹੀਦੀ ਸਾਨੂੰ behavior of organisms ਦੇ ਵਿੱਚ। ਚਲੋ ਹੁਣ ਆਪਾਂ law of effect ਤੇ ਆਨੇ ਆ। ਤਾਂ ਹੁਣ ਤੁਸੀਂ ਪੜੋ the law of effect। ਤਾਂ ਸਾਨੂੰ ਅੱਗੇ ਕੀਵਰਡ ਮਿਲ ਗਿਆ, was advanced by psychologist Edward This, ਠੀਕ ਹੈ, ਬੰਦੇ ਦਾ ਨਾਮ ਦੱਸਤਾ। in 1989, some 40 years after the Charles Darwin published his groundbreaking work on biological evolution on the origin of species। ਤਾਂ law of effect ਕਦੋਂ ਆਇਆ, 40 ਸਾਲ ਬਾਅਦ ਆਇਆ ਡਾਰਵਿਨ ਤੋਂ, ਜਦੋਂ ਉਹਨੇ ਦਿੱਤੀ ਸੀਗੀ ਕਿਹੜੀ ਥਿਊਰੀ, ਤਾਂ origin of species। ਸਾਨੂੰ ਸਾਰਿਆਂ ਨੇ ਸਕੂਲ 'ਚ ਪੜ੍ਹੀ ਹੋਈ ਹੈ ਡਾਰਵਿਨ ਦੀ ਥਿਊਰੀ। ਹੁਣ ਦੇਖੋ ਆਪਣੇ ਕੋਲੇ ਟਰੂ ਫਾਲਸ ਕੀ ਕਹਿ ਰਿਹਾ ਸੀ, ਆਪਣੇ ਕੋਲੇ ਜਿਹੜਾ law of effect ਹੈ, discovered at a time when psychologists were seeking। ਸਾਈਕੋਲੋਜਿਸਟ ਸੀਕ ਕਰ ਰਹੇ ਸੀ ਸਾਇੰਟਿਫਿਕ ਰੀਜ਼ਨ, ਕਾਹਦਾ, ਕ੍ਰੀਏਟਿਵਿਟੀ ਦਾ। ਕੀ ਉਹ ਸਾਇੰਟਿਸਟ ਸੀਕ ਕਰ ਰਿਹਾ ਸੀ, ਕੀ ਉਹ ਨਹੀਂ ਸੀਕ ਕਰ ਰਿਹਾ ਸੀ, ਉਹ ਕੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਕੋਈ ਜਾਣਕਾਰੀ ਨਹੀਂ ਦਿੱਤੀ। ਤਾਂ ਆਪਣੇ ਕੋਲੇ ਇੱਥੇ ਆਨਸਰ ਕੀ ਆ ਗਿਆ, ਨਾਟ ਗਿਵਨ। ਸਾਨੂੰ ਨੋ ਇਨਫੋਰਮੇਸ਼ਨ ਪ੍ਰੋਵਾਈਡਡ ਹੈ ਕਿ ਕੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ, ਬਸ ਇੰਨਾ ਕਿਹਾ ਆ। 40 ਸਾਲ ਬਾਅਦ 'ਚ ਆਇਆ ਸੀ ਡਾਰਵਿਨ ਤੋਂ, ਠੀਕ ਆ। ਉਸ ਤੋਂ ਬਾਅਦ law of effect state that no planning is involved। ਹੁਣ ਆਪਾਂ ਇਹ ਦੇਖਣਾ ਹੈ ਕਿ law of state ਕੀ ਕਹਿੰਦਾ, ਕੋਈ planning involved ਨਹੀਂ ਹੈਗੀ behavior of organisms ਦੇ ਵਿੱਚ। ਤਾਂ ਇਹਨੂੰ ਅੱਗੇ ਪੜ੍ਹਦੇ ਹੈਗੇ ਆ।
ਆਪਾਂ ਇੱਥੋਂ ਤੱਕ ਪੜ੍ਹ ਲਿਆ origin of species. This simple law hold that organism tend to ਕੀ try to repeat successful behaviors and to refrain from performing unsuccessful ones. ਤਾਂ ਕਹਿਣਾ ਕੀ ਚਾਹੁੰਦਾ ਆ ਕਿ ਜਿਹੜਾ ਹੈਗਾ ਆਪਣੇ ਕੋਲੇ ਆਰਗੇਨਿਜ਼ਮ ਕੀ ਕਰਦੇ ਆ ਰਿਪੀਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿਹਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰਦੇ ਆ ਸਕਸੈਸਫੁਲ ਬਿਹੇਵੀਅਰ ਨੂੰ ਤੇ ਬਚਣਾ ਕਾਦੇ ਤੋਂ ਚਾਹੁੰਦੇ ਆ ਅਨਸਕਸੈਸਫੁਲ ਬਿਹੇਵੀਅਰ ਤੋਂ ਜਿੱਦਾਂ ਡਾਰਵਿਨ ਦਾ ਲਾਅ ਸੀਗਾ ਨੈਚੁਰਲ ਸਿਲੈਕਸ਼ਨ ਦਾ the law of effect involves an entirely mechanical process of variation and selection without any end objective in sight. ਤਾਂ ਹੁਣ ਦੇਖੋ ਸਾਡੇ ਕੋਲੇ ਕੋਈ ਵੀ ਐਂਡ ਆਬਜੈਕਟਿਵ ਧਿਆਨ ਦੇ ਵਿੱਚ ਨਹੀਂ ਹੈਗਾ ਮਤਲਬ ਵਿਦਆਊਟ ਐਨੀ ਐਂਡ ਆਬਜੈਕਟਿਵ ਇਨ ਸਾਈਟ ਮਤਲਬ ਕੀ ਕਹਿਣਾ ਚਾਹੁੰਦੇ ਆ ਵਿਦਆਊਟ ਪਲੈਨਿੰਗ ਦਾ ਮਤਲਬ ਆਈ ਹੈ ਕਿ ਮੈਂ ਕਦੋਂ ਸ਼ੁਰੂ ਕਰੂੰਗੀ ਮੈਂ ਕਿਵੇਂ ਪ੍ਰੋਸੀਡ ਕਰੂੰਗੀ ਮੈਂ ਕਿਵੇਂ ਰਿਜ਼ਲਟ ਕੱਢੂੰਗੀ ਉਹ ਚੀਜ਼ ਕੁਝ ਵੀ ਨਹੀਂ ਕੀਤੀ ਆਪਾਂ ਸਿੰਪਲੀ ਕੀ ਕਰ ਰਹੇ ਹੈਗੇ ਆ ਬਸ ਆਪਾਂ ਐਵੋਲੂਸ਼ਨ ਕਰ ਰਹੇ ਆ ਆਪਾਂ ਪ੍ਰੋਸੈਸ ਕਰ ਰਹੇ ਆ ਜਿਹੜਾ ਅਸੀਂ ਸਕਸੈਸਫੁਲ ਹੋਣਾ ਚਾਹ ਰਹੇ ਆ ਪਰ ਸਾਡੇ ਕੋਲੇ ਕੋਈ ਐਂਡ ਰਿਜ਼ਲਟ ਨਹੀਂ ਹੈਗਾ ਤਾਂ ਆਪਣੇ ਕੋਲੇ ਇੱਥੇ ਇਹਨਾਂ ਨੇ ਕੀ ਕਿਹਾ ਸੀਗਾ no planning is involved in the behavior of organism. True, ਕੋਈ planning ਨਹੀਂ ਹੈਗੀ ਸਾਡੇ ਦਿਮਾਗ 'ਚ ਹੀ ਨਹੀਂ ਹੈਗਾ ਸਾਨੂੰ end result ਕੀ ਚਾਹੀਦਾ. The law of effect sets out clear explanation about sources of new ideas and behaviors. ਤਾਂ ਉਹ ਕਹਿੰਦੇ ਕਿ ਇਹ ਜਿਹੜਾ law ਹੈਗਾ ਇਹ ਸਾਨੂੰ clearly ਦੱਸ ਰਿਹਾ ਹੈਗਾ clear explanation ਦੇ ਰਿਹਾ ਕਾਹਦਾ ਕੀ ਕਾਰਨ ਹੈ ਨਵੇਂ ਆਈਡੀਆ ਆਉਣ ਦਾ ਜਾਂ ਕੀ ਸੋਰਸ ਹੈਗਾ ਨਵੇਂ ਆਈਡੀਆ ਆਉਣ ਦਾ of course the origin of human innovation ਕੀ ਹੋ ਗਿਆ human creativity ਆਹੀ ਗੱਲ ਕਰ ਰਹੇ ਆ ਠੀਕ ਹੈ demands much further story in particular the province of raw material on which law of effect operate is not as clearly known as that of genetic mutation in which ਹੁਣ ਦੇਖੋ ਜਿੰਨਾ ਸਾਨੂੰ genetic mutation ਬਾਰੇ ਪਤਾ ਹੈ ਜਿਹਦੇ ਤੇ law of selection ਕੰਮ ਕਰਦਾ ਉਹਨਾਂ ਸਾਨੂੰ ਕਾਦੇ ਬਾਰੇ ਨਹੀਂ ਪਤਾ ਹੈਗਾ law of effect ਬਾਰੇ ਠੀਕ ਹੈ the generation of novel idea and behavior may not be entirely random but constrained by prior successes and failures of current individuals. ਤਾਂ ਹੁਣ ਉਹ ਕਹਿੰਦੇ ਕਿ ਜਿਹੜਾ ਸਕਸੈਸ ਹੈਗੀ ਆ ਹੋ ਸਕਦਾ ਉਹਨੂੰ ਅਸੀਂ ਜਿਹੜਾ ਹੈਗਾ ਕੰਸਟ੍ਰੇਨ ਨਹੀਂ ਕਰ ਸਕਦੇ ਮਤਲਬ ਅਸੀਂ ਫੈਕਟਰ ਨਹੀਂ ਦੱਸ ਸਕਦੇ ਕਿ ਆਹ ਕਰ ਲਓ ਤੁਸੀਂ ਸਕਸੈਸ ਹੋ ਜਾਓਗੇ ਬਟ ਹਾਂ ਆਪਾਂ ਥੋੜਾ ਉਹਨੂੰ ਰਿਫਰੇਨ ਕਰ ਸਕਦੇ ਹੈਗੇ ਆ ਠੀਕ ਹੈ the time seems right for abandoning the naive notion of intelligence. ਹੁਣ ਦੇਖੋ ਇਹ ਆਪਰੇਟ ਕਰਦਾ ਆ ਪਰ ਇਹ ਕਲੀਅਰਲੀ ਨੋਨ ਨਹੀਂ ਹੈਗਾ ਮਤਲਬ ਸਾਨੂੰ ਜਾਣਕਾਰੀ ਦਿੰਦਾ ਆ ਕਿ ਕਿੱਦਾਂ ਅਸੀਂ ਪੋਜ਼ਿਟਿਵ ਰਿਜ਼ਲਟ ਕੱਢ ਸਕਦੇ ਹਾਂ ਪਰ ਪੂਰੀ ਜਾਣਕਾਰੀ ਨਹੀਂ ਦਿੰਦਾ ਠੀਕ ਹੈ ਤੇ ਇੱਥੇ ਇਹਨਾਂ ਨੇ ਸਾਨੂੰ ਕੀ ਕਿਹਾ ਗਿਆ ਹੈਗਾ ਕਿ ਜਿਹੜਾ ਸੈਟ ਆਊਟ ਕਰਦਾ ਕਲੀਅਰ ਐਕਸਪਲੇਨੇਸ਼ਨ ਜੀ ਨਹੀਂ ਉਹ ਜਿਹੜੀ ਐਕਸਪਲੇਨੇਸ਼ਨ ਹੈਗੀ ਆ ਉਹ ਕਲੀਅਰ ਨਹੀਂ ਹੈਗੀ ਆ ਕਲੀਅਰ ਨਹੀਂ ਹੈਗੀ ਫਾਲਸ ਆ ਗਿਆ many scientists are now turning away from the notion of intelligent design and geniuses. ਹੁਣ ਦੇਖੋ ਇੱਥੇ ਪੁਆਇੰਟ ਕੀ ਆ are now turning away ਦੂਰ ਜਾ ਰਹੇ ਹੈਗੇ ਆ ਸਾਇੰਟਿਸਟ ਇਸ ਟਾਈਮ ਤੇ ਜ਼ਿਆਦਾਤਰ ਕਿਹਦੇ ਤੋਂ ਇਹਨਾਂ ਲਾਜ਼ ਦੇ ਉੱਤੋਂ ਕਿ ਜਿਹੜਾ ਹੈਗਾ ਆਪਣੇ ਕੋਲੇ ਕਿ ਨੋਸ਼ਨ ਹੈਗਾ ਇੰਟੈਲੀਜੈਂਟ ਡਿਜ਼ਾਈਨ ਤੋਂ ਦੂਰ ਜਾ ਰਹੇ ਆ ਹੁਣ ਆਪਾਂ ਅੱਗੇ ਪੜ੍ਹਦੇ ਹੈਗੇ ਆ ਉਹ ਕਹਿੰਦੇ the time seems right ਹੁਣ ਕਹਿੰਦੇ ਸਮਾਂ ਸਹੀ ਲੱਭ ਰਿਹਾ ਆ for abandoning the naive notion of intelligent design and geniuses. naive notion ਆਪਾਂ ਕੀ ਕਿਹਾ ਸੀ intelligent people create good ideas without any external help and for scientific exploring the true origin of creative behavior. ਤੇ ਅਸੀਂ scientifically explore ਕਰਨਾ ਹੈ scientifically find out ਕਰਨਾ ਹੈ ਕੀ ਕਾਰਨ ਹੈਗਾ ਇੰਟੈਲੀਜੈਂਟ ਬਿਹੇਵੀਅਰ ਪਿੱਛੇ ਬਟ ਕਿ ਜਦ ਕਿ ਆਪਣੇ ਟਰੂ ਫਾਲਸ ਕੀ ਕਹਿ ਰਿਹਾ ਸਾਇੰਟਿਸਟ ਆਰ ਨਾਓ ਟਰਨਿੰਗ ਅਵੇ ਸਾਇੰਟਿਸਟ ਉਹਦੇ ਵੱਲ ਜਾ ਰਹੇ ਆ ਉਹਦੇ ਤੋਂ ਦੂਰ ਜਾ ਰਹੇ ਆ ਨਹੀਂ ਕੁਛ ਨਹੀਂ ਦੱਸਿਆ ਸਿੰਪਲ ਇੰਨਾ ਕਿਹਾ ਹੈਗਾ ਕਿ ਇਹ ਟਾਈਮ ਹੈਗਾ ਕਿ ਅਸੀਂ ਸਾਇੰਟਿਫਿਕਲੀ ਫਾਈਂਡ ਆਊਟ ਕਰੀਏ ਕਿ ਕੀ ਰੀਜ਼ਨ ਹੈਗਾ ਬਿਹਾਈਂਡ ਦਾ ਕ੍ਰੀਏਟੀਵਿਟੀ ਤਾਂ ਆਪਣਾ ਆਨਸਰ ਕੀ ਆ ਗਿਆ ਨਾਟ ਗਿਵਨ ਹੁਣ ਆਪਣੀ ਰਹਿ ਗਈ ਸੀ ਇੱਕ ਫਿਲ ਇਨ ਦਾ ਬਲੈਂਕ ਹੁਣ ਵੀ ਡਨ ਕਰ ਦਈਏ ਤਾਂ 40ਵੀਂ ਫਿਲ ਇਨ ਦਾ ਬਲੈਂਕ ਤੁਹਾਨੂੰ ਕੀ ਕਹਿ ਰਹੀ ਹੈ ਵਿਦ ਬੋਥ law of natural selection and law of effect there may be no clear dash involved
ਬਟ ਮੇਅਰਲੀ ਅ ਪ੍ਰੋਸੈਸ ਵੇਰੀਏਸ਼ਨ ਐਂਡ ਸਿਲੈਕਸ਼ਨ। ਸਾਨੂੰ ਕੋਈ ਚੀਜ਼ ਨਹੀਂ ਮਿਲੀ, ਕਲੀਅਰ ਕੀ ਐਵੀਡੈਂਸ ਰਿਜ਼ਲਟ, ਤਾਂ ਆਪਣੇ ਕੋਲੇ ਇੱਥੇ ਆਂਸਰ ਆਊਗਾ ਤੁਹਾਡਾ ਇਨਵੈਂਸ਼ਨ, ਮਿਸਟੇਕ, ਐਕਸਪੈਰੀਮੈਂਟਸ, ਗੋਲਸ, ਲੱਕ। ਤਾਂ ਆਪਣੇ ਕੋਲੇ देयर मे बी नॉट डैश क्लीयर। ਤਾਂ ਸਾਡੇ ਕੋਲੇ ਆਪਾਂ ਕੀ ਕਿਹਾ ਸੀਗਾ, ਕੋਈ ਵੀ ਐਂਡ ਰਿਜ਼ਲਟ ਨੂੰ ਅਸੀਂ ਦਿਮਾਗ 'ਚ ਲੈ ਕੇ ਨਹੀਂ ਚੱਲਦੇ, ਬਸ ਅਸੀਂ ਕੀ ਕਰ ਰਹੇ ਹਾਂ, ਸਕਸੈਸਿਵ ਜਿਹੜਾ ਹੈਗਾ ਕੋਸ਼ਿਸ਼ ਕਰ ਰਹੇ ਹਾਂ ਟਰਾਇਲ ਐਂਡ ਐਰਰ ਨਾਲ, ਠੀਕ ਹੈ। ਤਾਂ ਆਪਣੇ ਕੋਲੇ ਨੋ ਕਲੀਅਰ ਗੋਲ ਇਨਵੋਲਵਡ, ਤਾਂ ਬਟ ਮੇਅਰਲੀ ਅ ਪ੍ਰੋਸੈਸ ਆਫ ਵੇਰੀਏਸ਼ਨ ਐਂਡ ਸਿਲੈਕਸ਼ਨ। ਸੋ ਇਹਦੇ ਨਾਲ ਰਾਜੇ ਇਹ ਵਾਲੀ ਜਿਹੜੀ ਹੈਗੀ ਆ ਰੀਡਿੰਗ ਤੁਹਾਡੀ ਡਨ ਹੋਗੀ। ਥੋੜੀ ਜਿਹੀ ਚੈਲੰਜਿੰਗ ਹੈਗੀ ਆ, ਇੱਕ ਵਾਰ ਧਿਆਨ ਨਾਲ ਪੜ੍ਹ ਲਓਗੇ ਹੋ ਜੂਗੀ, ਠੀਕ ਹੈ। ਦੈਟਸ ਆਲ ਫॉर टुडेज क्लास। थैंक यू एवरीवन।